सत श्री अकाल जी, बहुत बहुत स्वागत तुहाडा साडे इस खास प्रोग्राम दे विच। प्रोग्राम का नाम है उडारी विदेशों नूं। सो विदेशों नूं उडारियां मारन दा सुपना तो हर किसी का हैगा, पर ये किद्दां साडा सुपना जिहड़ा साकार हो सकता है, किस तरह असीं बाहर जा सकते हैं, इस सारी जानकारी तुहानूं दिंदा साडा एक खास शो। ते अज दे शो दे विच भी असीं गल करन वाले हां बहुत सारी, क्योंकि कंट्रीज़ बहुत सारियां ने ते हर कंट्री नूं लैके मैं थोड़ी थोड़ी गल करन वाली हां, क्योंकि टाइम टू टाइम अपडेशन बहुत ज़्यादा आ जांदियां ने। सो आस्ट्रेलिया जाण दे चाहवान हो, US जाना, UK जाना या फिर कैनेडा जाना चाਹੁੰਦੇ हो, तो अज का शो तुहाडे लई खास रहने वाला है। तो खास इसे करके भी हैगा कि लाइव शो चल रहे ਜਿਹੜੇ नंबर नीचे फ्लैश हो रहे हैं, तुसीं उन्हां नंबर ते कॉल करके एक्सपर्ट्स दे नाल गल कर सकते हो। सो एक्सपर्ट जो अज साडे ने वो RS ग्लोबल तो मिस्टर सुखचैन सिंह राही, स्वागत कर लेने। हैलो सर, वेलकम टू द शो। हैलो जी, थैंक यू। एंड प्रोग्राम देख रहे सारे दर्शकों ਨੂੰ ਮੇਰੇ ਵੱਲੋਂ ਤੇ ਮੇਰੀ ਸਮੁੱਚੀ ਟੀਮ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਐਂਡ ਧੰਨਵਾਦ ਤੁਹਾਡਾ, ਤੁਸੀਂ ਸਾਡੇ ਇਸ ਸ਼ੋਅ ਨੂੰ ਪਿਆਰ ਕਰਦੇ ਹੋ, ਕਿਉਂਕਿ ਜਦੋਂ ਇਹ ਚੈਨਲ ਦੇ ਉੱਤੇ ਚੱਲਦਾ ਪਲੱਸ ਨਾਲ ਦੀ ਨਾਲ RS ਗਲੋਬਲ ਦੇ YouTube ਔਰ Facebook ਤੇ ਵੀ ਪ੍ਰੋਗਰਾਮ ਤੁਸੀਂ ਦੇਖਦੇ ਹੋ, ਬੜੀ ਵੱਡੀ ਗਿਣਤੀ 'ਚ ਆਪਣੇ ਸੁਝਾਅ ਫੀਡਬੈਕ ਭੇਜਦੇ ਹੋ। ਸੋ ਅੱਜ ਦਾ ਸ਼ੋਅ ਵਾਕਈ ਡੈਡੀਕੇਟਡ ਰਹੇਗਾ ਔਰ ਬੜਾ ਮਹੱਤਵਪੂਰਨ ਹੈ ਉਹਨਾਂ ਬੱਚਿਆਂ ਦੇ ਲਈ ਜਿਹੜੇ ਆਸਟ੍ਰੇਲੀਆ ਨੂੰ ਫਾਈਲ ਲਗਾ ਰਹੇ ਨੇ ਜਾਂ ਲਗਾ ਚੁੱਕੇ ਨੇ। ਕਿਹੜੇ ਨਵੇਂ ਬਦਲਾਅ ਆਏ ਨੇ, ਧਿਆਨ ਨਾਲ ਸੁਣ ਲੈਣਾ। ਅਮਰੀਕਾ ਪੜ੍ਹਨ ਜਾਣਾ ਚਾਹੁੰਦੇ ਨੇ, ਕੀ ਅੰਬੈਸੀ ਨੇ ਨਵੇਂ ਚੇਂਜਸ ਕੀਤੇ ਨੇ। ਉਸ ਤੋਂ ਇਲਾਵਾ ਕੈਨੇਡਾ ਦਾ ਇਸ ਟਾਈਮ ਸਤੰਬਰ ਦਾ ਔਰ ਮਈ ਦਾ ਵੀਜ਼ਾ ਟ੍ਰੈਂਡ ਕੀ ਰਹਿ ਰਿਹਾ, ਔਰ ਇਹਦੇ ਨਾਲ ਹੀ ਨਾਲ ਗੱਲ ਕਰਾਂਗੇ ਯੂਰਪ ਜਾਣ ਵਾਲੇ ਬੱਚੇ ਜਿਹੜੇ ਕੈਨੇਡਾ ਤੋਂ, UK ਤੋਂ, ਆਸਟ੍ਰੇਲੀਆ ਤੋਂ ਰਿਫਿਊਜ਼ ਹੋ ਚੁੱਕੇ ਜਾਂ ਫਿਰ ਐਲੀਜੀਬਿਲਿਟੀ ਪੂਰੀ ਨਹੀਂ ਕਰ ਪਾ ਰਹੇ। ਕਿਉਂਕਿ ਮੈਂ ਹਰ ਵਾਰੀ ਕਹਿਣ ਦੀ ਕੋਸ਼ਿਸ਼ ਕਰਦਾ ਹਰ ਇੱਕ ਮੰਚ ਉੱਤੇ, ਆਪਦੀ ਪ੍ਰੋਫਾਈਲ ਦੇ ਹਿਸਾਬ ਨਾਲ, ਆਪਦੀ ਐਲੀਜੀਬਿਲਿਟੀ ਦੇ ਹਿਸਾਬ ਨਾਲ ਅਗਰ ਕੰਟਰੀ ਦੀ ਚੋਣ ਕਰੀਏ ਤਾਂ ਰਿਫਿਊਜ਼ਲ ਤੋਂ ਔਰ ਖੱਜਲ ਖੁਆਰੀ ਤੋਂ ਬਚਿਆ ਜਾ ਸਕਾ। ਮੁਸੀਬਤ ਉੱਥੇ ਪੈਂਦੀ ਹੈ, ਪ੍ਰੋਬਲਮ ਉੱਥੇ ਪੈਂਦੀ ਹੈ ਜਦੋਂ ਅਸੀਂ ਆਪਦੀ ਪ੍ਰੋਫਾਈਲ ਨਾ ਧਿਆਨ 'ਚ ਰੱਖਦੇ ਹੋਏ ਕੈਨੇਡਾ ਦੀ ਲੱਤ ਜਾਂ ਆਸਟ੍ਰੇਲੀਆ ਦੀ ਲੱਤ ਜਾਂ ਫਿਰ UK ਵਾਲੇ ਪਾਸੇ ਲੱਤ ਫਸਾਉਣ ਦੀ ਕੋਸ਼ਿਸ਼ ਕਰਦੇ ਹਾਂ। ਫਿਰ ਪੈਸਾ ਵੀ ਖਰਾਬ ਹੁੰਦਾ, ਰਿਫਿਊਜ਼ਲ ਪੱਲੇ ਪੈਂਦੀ ਹੈ, ਫਿਰ ਆਪਾਂ ਏਜੰਟ ਨੂੰ ਵੀ ਦੋਸ਼ ਦਿੰਦੇ ਹਾਂ। ਸੋ ਜੇ ਪਹਿਲੇ ਆਪਾਂ ਐਜੂਕੇਟ ਹੋ ਜਾਈਏ, ਇਸ ਮੰਚ ਰਾਹੀਂ, ਇਸ ਸ਼ੋਅ ਰਾਹੀਂ ਕਾਫੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਜਾਏਗੀ ਆਸਟ੍ਰੇਲੀਆ ਵਾਲੇ ਬੱਚਿਆਂ ਨੂੰ, UK, ਕੈਨੇਡਾ ਜਾਂ ਫਿਰ ਯੂਰਪ ਵਾਲੇ ਜਾਣ ਵਾਲੇ ਬੱਚਿਆਂ ਨੂੰ। ਅਗਰ ਅਗਲੇ 25 ਮਿੰਟ ਪ੍ਰੋਗਰਾਮ ਵੇਖ ਲਓਗੇ ਤਾਂ ਦਾਵਾ ਕਰਦਾ ਕਿ ਐਟਲੀਸਟ ਇੰਨਾ ਕੁ ਚਾਨਣ ਜਾਂ ਇੰਨਾ ਕੁ ਅਵੇਅਰਨੈਸ ਜ਼ਰੂਰ ਹੋ ਜਾਏਗੀ ਕਿ ਮੇਰੀ ਕਾਬਲੀਅਤ ਕਿਹੜੀ ਕੰਟਰੀ 'ਚ ਬਣਦੀ ਹੈ। ਸੋ ਪੂਰਾ ਸ਼ੋਅ ਵੇਖ ਜੂ ਲਿਓ ਔਰ ਆਪਣੇ ਸੁਝਾਅ ਜੂ ਸਾਨੂੰ ਕਮੈਂਟ ਦੇ ਰੂਪ 'ਚ ਭੇਜ ਦਿਓ। ਬਿਲਕੁਲ ਜੀ, ਬਿਲਕੁਲ। ਸੋ ਜਦੋਂ ਤੁਸੀਂ ਜਾਣਦੇ ਹੋ ਸਰ, ਬਿਲਕੁਲ ਸਹੀ ਕਿਹਾ, ਤੁਹਾਡੇ ਕੋਲ ਵੀ ਆਉਂਦੇ ਹੋਣਗੇ ਬੱਚੇ, ਸਿੱਧਾ ਕਹਿੰਦੇ ਨੇ ਵੀ ਮੈਨੂੰ ਕੈਨੇਡਾ ਪਹੁੰਚਾ ਦਿਓ ਤੇ ਆਸਟ੍ਰੇਲੀਆ ਪਹੁੰਚਾ ਦਿਓ, ਐਲੀਜੀਬਿਲਿਟੀ ਚਾਹੇ ਬਣਦੀ ਹੈ ਕਿ ਨਹੀਂ। ਸੋ ਬਹੁਤ ਸਾਰੇ ਫਿਰ ਕੰਸਲਟੈਂਟ ਇਹ ਵੀ ਹੁੰਦੇ ਨੇ ਕਿ ਠੀਕ ਹੈ ਜੀ, ਜੁਗਾੜ ਲਗਾ ਦਾਂਗੇ, ਫਿਰ ਜੁਗਾੜ ਤੋਂ ਬਾਅਦ ਰਿਫਿਊਜ਼ਲ ਵੀ ਆਉਂਦੀਆਂ ਨੇ। ਸੋ ਧਿਆਨ ਦੇ ਨਾਲ। ਅੱਛਾ ਸਰ, ਆਸਟ੍ਰੇਲੀਆ ਤੋਂ ਸ਼ੁਰੂਆਤ ਕਰਦੇ। ਜੁਗਾੜ ਤੋਂ ਹੀ ਗੱਲ ਕਰਦਾ। ਜੁਗਾੜ ਵਾਲੇ ਵਰਡ ਨੂੰ ਹੀ ਧਿਆਨ 'ਚ ਰੱਖਦੇ ਹੋਏ ਆਸਟ੍ਰੇਲੀਆ ਨੇ ਜੁਗਾੜ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਜਿੰਨਾ ਕਿ ਜੁਗਾੜ ਆਸਟ੍ਰੇਲੀਆ ਦੇ ਨਾਲ ਵਰਤ ਲਿਆ ਪੰਜਾਬੀਆਂ ਨੇ, ਸ਼ਾਇਦ ਹੀ ਕਿਸੇ ਮੁਲਕ ਨੇ ਵਰਤਿਆ। ਚਾਹੇ 2004 ਤੋਂ 2010 ਤੱਕ ਕੰਟਰੈਕਟ ਮੈਰਿਜ ਦੀ ਗੱਲ ਹੋਵੇ, ਚਾਹੇ ਉੱਥੇ ਜਾ ਕੇ ਕਾਲਜ ਬਦਲਣ ਦੀ ਗੱਲ ਹੋਵੇ, ਯੂਨੀਵਰਸਿਟੀ ਚੇਂਜ ਕਰਨ ਦੀ ਗੱਲ ਹੋਵੇ। ਸੋ ਹੁਣ 1 ਜੁਲਾਈ ਤੋਂ ਨਵੀਂ ਇੰਪਲੀਮੈਂਟੇਸ਼ਨ ਹੋਣ ਜਾ ਰਹੀ ਹੈ 2022 ਤੋਂ। 1 ਜੁਲਾਈ 2022 ਤੋਂ ਬਾਅਦ ਅਗਰ ਤੁਸੀਂ ਫਾਈਲ ਆਪਦੀ ਲੌਂਚ ਕਰਦੇ ਹੋ, ਉੱਥੇ ਜਾ ਕੇ ਆਪਦਾ ਕੋਰਸ ਚੇਂਜ ਨਹੀਂ ਕਰ ਪਾਓਗੇ। ਬਟ ਇੱਥੇ ਥੋੜ੍ਹੀ ਜਿਹੀ ਕਨਫਿਊਜ਼ਨ ਆ, ਧਿਆਨ ਨਾਲ ਪੂਰੀ ਗੱਲ ਸੁਣ ਲੈਣਾ। ਕੋਰਸ ਚੇਂਜ ਕਿਹੜਾ ਬੱਚਾ ਨਹੀਂ ਕਰ ਪਾਏਗਾ, ਕਿਹੜਾ ਕਰ ਪਾਏਗਾ, ਇਹ ਵੀ ਧਿਆਨ ਨਾਲ ਸੁਣੋ। ਜੇਕਰ ਤੁਸੀਂ ਡਿਪਲੋਮਾ ਕਲਾਸ ਵਿੱਚ ਜਾ ਰਹੇ ਹੋ ਜਾਂ ਬੈਚਲਰ ਡਿਗਰੀ ਪੜ੍ਹਨ ਜਾ ਰਹੇ ਹੋ, ਇਹ ਕਾਨੂੰਨ ਤੁਹਾਡੇ ਲਈ ਨਹੀਂ ਬਦਲਿਆ। ਇਹ ਕਾਨੂੰਨ ਉਹਨਾਂ ਸਟੂਡੈਂਟਸ ਲਈ ਬਦਲਿਆ ਜਿਹੜੇ ਮਾਸਟਰਸ ਕੋਰਸ ਜਾਂ ਮਾਸਟਰਸ ਬਾਈ ਰਿਸਰਚ ਜਾਣੀ ਕਿ PhD ਪ੍ਰੋਗਰਾਮ 'ਚ ਪੜ੍ਹਨ ਜਾ ਰਹੇ ਆ। ਸੋ ਮਾਸਟਰਸ ਪ੍ਰੋਗਰਾਮ ਜਾਂ ਮਾਸਟਰ ਬਾਈ ਰਿਸਰਚ ਵਾਲੇ ਪ੍ਰੋਗਰਾਮ ਜਿਹੜੇ ਬੱਚੇ ਪੜ੍ਹਨ ਜਾ ਰਹੇ ਨੇ, ਉਹ ਜਾ ਕੇ ਉੱਥੇ ਆਪਣਾ ਪ੍ਰੋਗਰਾਮ ਚੇਂਜ ਨਹੀਂ ਕਰ ਪਾਉਣਗੇ। ਬਟ ਜੇ ਪ੍ਰੋਗਰਾਮ ਚੇਂਜ ਕਰਨਾ ਵੀ ਆ ਤਾਂ ਤੁਹਾਨੂੰ ਮਿਨਿਸਟਰੀ ਦੀ ਅਪਰੂਵਲ ਲੈਣ ਦੀ ਲੋੜ ਹੈ। ਪਰ ਇੱਥੇ ਕਨਫਿਊਜ਼ਨ ਬੱਚਿਆਂ ਨੂੰ ਇਹ ਹੈ ਕਿਉਂਕਿ ਮੋਰਲੀ ਇੱਕ ਜੀ ਸਰ, ਮੈਂ ਕਨਫਿਊਜ਼ਨ ਜਾਣਨ ਤੋਂ ਪਹਿਲਾਂ ਕਾਲ ਲੈ ਲੈਣੇ ਆਪਾਂ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ? ਮੈਂ ਜਗਵਿੰਦਰ ਬੋਲ ਰਿਹਾ ਜੀ, ਬਠਿੰਡੇ ਤੋਂ। ਹਾਂਜੀ ਦੱਸੋ ਜਗਵਿੰਦਰ, ਕੀ ਸਵਾਲ ਹੈ? ਮੈਡਮ ਮੈਂ ਆਸਟ੍ਰੇਲੀਆ ਸਟੱਡੀ ਵੀਜ਼ਾ ਕਨਫਰਮ ਕਰਨਾ ਸੀਗਾ। ਕੀ ਤੁਹਾਡਾ ਪ੍ਰੋਫਾਈਲ ਕੀ ਹੈ ਜਗਵਿੰਦਰ ਜੀ? ਆਸਟ੍ਰੇਲੀਆ ਬਾਰੇ ਪੁੱਛਣਾ ਚਾਹ ਰਹੇ ਹੋ ਤਾਂ? ਮੈਂ +2 ਕੀਤੀ ਸੀਗੀ 2021 ਦੇ ਵਿੱਚ ਜੀ। ਅੱਛਾ ਜੀ, ਉਹ ਪਰਸੈਂਟੇਜ ਕਿੰਨੀ ਹੈ? ਪਰਸੈਂਟੇਜ ਸੀਗੀ 56 ਜੀ। 56%? ਹਾਂਜੀ ਹਾਂ, ਤੇ ਆਈਲੈਟਸ ਕੀਤੀ ਸੀਗੀ। ਆਈਲੈਟਸ ਜੀ ਇੱਕ ਮੋਡਿਊਲ 'ਚ 5.5 ਆ, ਬਾਕੀ ਤਿੰਨਾਂ 'ਚ 6 ਆ ਜੀ। ਕੋਈ ਉਹ ਮੈਂ ਕਿਸੇ ਕੰਸਲਟੇਸ਼ਨ ਲਈ ਸੀਗੀ, ਉਹ ਕਹਿੰਦੇ ਕੋਈ ਚੇਂਜਸ ਆਈ ਹੈਗੇ, ਨਵੇਂ ਰੂਲਸ ਆਏ ਹੈਗੇ ਆਸਟ੍ਰੇਲੀਆ ਨੂੰ ਲੈ ਕੇ। ਨਹੀਂ ਜਗਵਿੰਦਰ, ਚੇਂਜਸ ਆਏ ਬਿਲਕੁਲ ਆਏ। ਮੈਂ ਹੁਣੇ ਬੋਲ ਕੇ ਹਟਿਆ, ਤੁਸੀਂ ਲਾਈਵ ਦੇਖ ਰਹੇ ਹੋ। ਬਟ ਉਹ ਚੇਂਜਸ ਆਏ ਜਿਹੜੇ ਬੱਚੇ ਮਾਸਟਰ ਡਿਗਰੀ ਪੜ੍ਹਨ ਜਾਣਾ ਚਾਹੁੰਦੇ ਨੇ, ਨਾ ਕਿ ਬੈਚਲਰ ਵਾਲੇ। ਤੁਹਾਡੇ ਲਈ ਕੋਈ ਚੇਂਜ ਨਹੀਂ ਆਇਆ। ਬਟ ਪ੍ਰੋਬਲਮ ਇਹ ਹੈ ਕਿ ਤੁਹਾਡੇ 56% ਨੰਬਰ ਹੈ, ਕਿਸੇ ਵੀ AL1 ਦੀ ਯੂਨੀਵਰਸਿਟੀ ਦਾਖਲਾ ਨਹੀਂ ਮਿਲਣਾ, ਕਿਉਂਕਿ ਜਿਹੜੀ ਐਲੀਜੀਬਿਲਿਟੀ ਕ੍ਰਾਈਟੇਰੀਆ ਕਹਿੰਦਾ, ਉਹ ਕਹਿੰਦਾ ਜੀ ਘੱਟੋ ਘੱਟ 60% ਨੰਬਰ ਜਿਹੜਾ CBSE ICSE ਪੜ੍ਹਿਆ, 65% ਨੰਬਰ ਓਵਰਆਲ ਚਾਹੀਦੇ ਘੱਟੋ ਘੱਟ ਜਿਹੜਾ ਸਟੇਟ ਬੋਰਡ ਪੜ੍ਹਿਆ। ਸੋ 56% ਉੱਤੇ ਕਿਸੇ
ਯੂਨੀਵਰਸਿਟੀ ਨੂੰ ਦਾਖਲਾ ਨਹੀਂ ਦੇਣਾ, ਬਟ ਤੁਹਾਡੇ ਲਈ ਆਪਸ਼ਨ ਕੀ ਆ, ਤੁਸੀਂ ਕਿਸੇ ਕਾਲਜ ਵਿੱਚ ਡਿਪਲੋਮਾ ਪੜ੍ਹ ਕੇ ਡਿਗਰੀ ਕਰਨ ਯੂਨੀਵਰਸਿਟੀ ਜਾ ਸਕਦੇ, ਜਿਹਨੂੰ ਆਪਾਂ ਕਹਿੰਦੇ ਆ D2D ਡਿਪਲੋਮਾ ਲੀਡਿੰਗ ਡਿਗਰੀ। ਤੁਸੀਂ AL1 ਦੇ ਕਾਲਜ ਜਾਂ AL2 ਦੀ ਯੂਨੀਵਰਸਿਟੀ 'ਚ D2D ਦੀ ਆਪਸ਼ਨ ਲੈ ਕੇ ਜਾ ਸਕਦੇ ਹੋ। ਜਿਹੜੇ ਬੱਚਿਆਂ ਦੇ ਪਰਸੈਂਟੇਜ ਘੱਟ ਹੈ, ਡਾਇਰੈਕਟਲੀ ਬੈਚਲਰ ਡਿਗਰੀ 'ਚ ਐਲੀਜੀਬਿਲਟੀ ਨਹੀਂ ਬਣਦੀ, ਆਪਣਾ ਸਮਾਂ ਔਰ ਪੈਸਾ ਖਰਾਬ ਨਾ ਕਰੋ। ਆਫ ਲੈਟਰ ਦੇ ਚੱਕਰ 'ਚ COE ਦੇ ਚੱਕਰ 'ਚ ਘੱਟੋ ਘੱਟ 3 ਮਹੀਨੇ ਖਰਾਬ ਹੋ ਜਾਣੇ, ਜੁਲਾਈ ਇਨਟੇਕ ਵੈਸੇ ਨਿਕਲ ਜਾਣਾ, ਫਿਰ ਨਵੰਬਰ ਦੇ ਬੈਚ ਵਿੱਚ 2022 ਵਾਲੇ ਬੱਚੇ ਨੂੰ ਜ਼ਿਆਦਾ ਇੰਪੋਰਟੈਂਸ ਮਿਲਣੀ ਹੈ, ਪ੍ਰਾਇੋਰਟੀ ਮਿਲਣੀ ਹੈ, ਨਾ ਕਿ 2021 ਵਾਲੇ ਬੱਚੇ ਨੂੰ। ਆਸਟ੍ਰੇਲੀਆ ਇੱਕ ਇਹੋ ਜਿਹਾ ਮੁਲਕ ਹੈ ਜਿਹੜਾ ਇੱਕ ਅਕੈਡਮਿਕ ਈਅਰ ਤੱਕ ਬੱਚੇ ਦਾ ਗੈਪ ਐਕਸੈਪਟ ਕਰਦਾ ਹੈ, ਉਹ ਵੀ ਡਰਾਮੇ ਕਰਕੇ, ਨਖਰੇ ਕਰਕੇ, ਸਿੱਧੇ ਨਹੀਂ ਕਰਦਾ। ਅੱਜ 2021 ਵਾਲਾ ਬੱਚਾ ਬਾਜ਼ਾਰ 'ਚ ਘੁੰਮ ਰਿਹਾ ਕਿਉਂਕਿ 2022 ਦੇ ਰਿਜ਼ਲਟ ਹਾਲੇ ਨਹੀਂ ਆਏ। ਜਦੋਂ ਨਵੰਬਰ ਬੈਚ ਸ਼ੁਰੂ ਹੋ ਗਿਆ, 2022 ਦੇ ਨਤੀਜੇ ਬਾਹਰ ਆ ਜਾਣੇ ਆ, ਉਦੋਂ 2022 ਪੜ੍ਹੇ ਬੱਚੇ ਨੂੰ ਜ਼ਿਆਦਾ ਪ੍ਰਾਇੋਰਟੀ ਮਿਲੇਗੀ, 21 ਵਾਲੇ ਨੂੰ ਨਹੀਂ। 56% ਨੰਬਰ ਆ, ਡਾਇਰੈਕਟ ਡਿਗਰੀ 'ਚ ਐਡਮਿਸ਼ਨ ਤਾਂ ਨਹੀਂ ਮਿਲਣੀ, ਬਟ ਅਗਰ ਡਿਪਲੋਮਾ ਲੀਡਿੰਗ ਡਿਗਰੀ ਪੜ੍ਹਨ ਜਾਣਾ ਚਾਹੁੰਦੇ ਹੋ ਤਾਂ ਆਪਸ਼ਨ ਅਵੇਲੇਬਲ ਆ। ਸੋ ਇਹ ਸਵਾਲ ਤੁਹਾਡਾ ਵੀ ਕਈਆਂ ਦਾ ਹੋ ਸਕਦਾ, ਤੁਸੀਂ ਆਰਟਸ ਬੈਕਗ੍ਰਾਉਂਡ ਤੋਂ ਪੜ੍ਹੇ ਹੋ ਜਾਂ ਨੰਬਰ ਤੁਹਾਡੇ 60% ਤੋਂ ਘੱਟ ਹੈ, ਆਸਟ੍ਰੇਲੀਆ ਦੀ ਬਜਾਏ UK ਅਪਲਾਈ ਕਰੋ। ਹੁਣ ਜਿੱਦਾਂ ਜਗਵਿੰਦਰ ਦੀ ਪ੍ਰੋਫਾਈਲ ਆ, ਅਗਰ ਇਹ ਬੱਚਾ UK ਅਪਲਾਈ ਕਰਦਾ, ਮੇਰੀ ਆਵਾਜ਼ ਰਿਕਾਰਡ ਕਰਕੇ ਰੱਖ ਲਓ, 100% ਵੀਜ਼ਾ ਲੱਗੇਗਾ। RS ਗਲੋਬਲ ਇਸ ਗੱਲ ਨੂੰ ਓਪਨਲੀ ਰਿਕਾਰਡ ਹੱਥ ਖੜਾ ਕਰਕੇ ਮੈਂ ਚੈਲੰਜ ਐਕਸੈਪਟ ਕਰਨ ਨੂੰ ਤਿਆਰ ਆ। ਸੋ 6 ਬੈਂਡ ਓਵਰਆਲ ਆ, 1 ਚੋਂ 5.5, 2 ਚੋਂ 5.5 ਹੈ। 2021 ਪੜ੍ਹੇ ਹੋ ਜਾਂ 20 ਪੜ੍ਹੇ ਹੋ ਜਾਂ 19 ਪੜ੍ਹੇ ਹੋ ਜਾਂ 2018 ਪਾਸ ਆਊਟ ਬੱਚੇ ਦਾ ਵੀ ਇਦਾਂ ਦੇ ਕੇਸ ਵਿੱਚ 100% ਸਕਸੈਸ ਰੇਟ ਆ। ਬਟ ਗੱਲ ਉਹ ਨਾ ਕਿ ਪ੍ਰੋਫਾਈਲ ਦੇ ਮੁਤਾਬਕ ਅਪਲਾਈ ਨਹੀਂ ਕਰਨਾ, ਗਰਾਰੀ ਆਸਟ੍ਰੇਲੀਆ ਦੀ, ਕਿਉਂਕਿ ਉੱਥੇ ਮਾਮੇ ਦਾ ਮੁੰਡਾ ਬੈਠਾ। ਸੋ ਬੇਸਿਕਲੀ ਗਰਾਰੀ ਕੱਢ ਕੇ ਆਪਦੀ ਪ੍ਰੋਫਾਈਲ ਦੇ ਹਿਸਾਬ ਨਾਲ ਅਗਰ ਕੰਟਰੀ ਦੀ ਚੋਣ ਕਰਦੇ ਹੋ ਦੋਸਤੋ, ਤਾਂ ਆਪਦੀ ਪ੍ਰੋਫਾਈਲ ਦੇ ਮੁਤਾਬਕ ਵੀਜ਼ਾ ਲਿਆ ਜਾ ਸਕਦਾ, ਪੈਸੇ ਸਮਾਂ ਖਰਾਬ ਹੋਣ ਤੋਂ ਬਚ ਸਕਦੇ ਹੋ ਔਰ ਰਿਫਿਊਜ਼ਲ ਤੋਂ ਬਚ ਸਕਦੇ ਹੋ। ਬਿਲਕੁਲ ਜੀ, ਬਿਲਕੁਲ। ਸੋ ਧਿਆਨ ਦੇ ਨਾਲ ਇੱਕ ਕੰਸਲਟੈਂਸੀ ਸਹੀ ਤਰੀਕੇ ਦੇ ਨਾਲ ਸੋ ਵਾਪਸ ਹੋਣੇ ਜੀ ਜਿਹੜੇ ਕਾਨੂੰਨ ਚੇਂਜ ਹੋਏ, ਮੈਂ ਫਿਰ ਦੱਸ ਦਿਆਂ ਜੀ, ਇਕੱਲੇ ਬੈਚਲਰ ਔਰ ਡਿਪਲੋਮੇ ਵਾਲੇ ਬੱਚੇ ਨੂੰ ਕੋਈ ਫਰਕ ਨਹੀਂ ਪੈਣਾ। ਜਿਹੜਾ ਬੱਚਾ ਮਾਸਟਰਸ ਕੋਰਸ ਪੜ੍ਹਨ ਜਾ ਰਿਹਾ ਉਹ ਕੋਰਸ ਚੇਂਜ ਨਹੀਂ ਕਰ ਪਾਏਗਾ 1 ਜੁਲਾਈ 2022 ਤੋਂ ਬਾਅਦ। ਬਟ ਯੈਸ, ਅਗਰ ਕੋਰਸ ਚੇਂਜ ਕਰਨਾ ਤਾਂ ਲਾਅ ਦੇ ਮੁਤਾਬਕ ਉਹਨੂੰ ਮਿਨਿਸਟਰੀ ਤੋਂ ਅਪਰੂਵਲ ਲੈਣ ਦੀ ਲੋੜ ਹੈ। ਨਾਲ ਦੀ ਨਾਲ US ਦੇ ਵਿੱਚ ਵੀ ਬੜੇ ਬਦਲਾਅ ਆਏ ਨੇ, ਮੈਂ ਵੀਡੀਓ YouTube ਤੇ ਅਸੀਂ ਪਾਉਂਦੇ ਰਹਿੰਦੇ ਹਾਂ। ਜੇਕਰ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲਿਓ ਜੀ। RS ਗਲੋਬਲ ਇਮੀਗ੍ਰੇਸ਼ਨ ਦੇ ਨਾਮ ਤੇ YouTube ਚੈਨਲ ਆ, ਕਾਫੀ ਹਜ਼ਾਰਾਂ ਲੋਕ ਸਾਡੇ ਨਾਲ ਜੁੜੇ ਉੱਥੇ ਚੈਨਲ ਦੇ, ਤੇ ਮੈਂ ਹਰ ਰੋਜ਼ ਉੱਤੇ ਕੋਈ ਨਾ ਕੋਈ ਨਵੀਂ ਇਨਫੋਰਮੇਸ਼ਨ ਦੇਣ ਦੀ ਕੋਸ਼ਿਸ਼ ਕਰਦਾ, ਬਟ ਇਸ ਮੰਚ ਤੇ ਵੀ ਦੱਸਦਾ ਕਿਉਂਕਿ ਇੱਥੋਂ ਦੇ ਲੋਕ ਇਹ ਦਰਸ਼ਕ ਹੋਰ ਨੇ। ਸੋ US ਨੇ ਨਵੇਂ ਚੇਂਜਸ ਕੀ ਕੀਤੇ ਨੇ ਕਿ ਪਹਿਲਾਂ ਤੁਸੀਂ ਅਗਰ ਇੱਕ ਵਾਰ ਅੰਬੈਸੀ ਜਾਂਦੇ, ਤੁਹਾਡਾ ਵੀਜ਼ਾ ਰਿਫਿਊਜ਼ ਹੁੰਦਾ, ਸਟੂਡੈਂਟ ਵੀਜ਼ੇ ਵਿੱਚ ਤੁਸੀਂ ਦੁਬਾਰਾ ਫਿਰ ਆਪਦਾ ਮਹੀਨੇ ਬਾਅਦ ਵੀਜ਼ਾ ਅਪਲਾਈ ਕਰ ਸਕਦੇ ਸੀ ਜਦੋਂ ਵੀ ਤੁਹਾਨੂੰ ਅਪਾਇੰਟਮੈਂਟ ਮਿਲਦੀ ਹੈ। ਬਟ ਹੁਣ ਨਵੇਂ ਕਾਨੂੰਨ ਦੇ ਮੁਤਾਬਕ ਅਗਰ ਸਮਰ ਸੈਸ਼ਨ ਦੇ ਵਿੱਚ ਤੁਸੀਂ ਰਿਫਿਊਜ਼ ਹੋ ਗਏ ਹੋ ਤਾਂ ਦੁਬਾਰਾ ਤੁਸੀਂ ਹੁਣ ਨਹੀਂ ਅਪਲਾਈ ਕਰ ਪਾਓਗੇ 1 ਸਾਲ ਦੇ ਵਿੱਚ, ਦੁਬਾਰਾ ਅਗਲੇ ਸਾਲ ਅਪਲਾਈ ਕਰ ਸਕੋਗੇ। ਸੋ ਇਸ ਕਰਕੇ ਹੁਣ ਜਦੋਂ ਵੀ ਅਪਲਾਈ ਕਰਨਾ ਸੋਚ ਸਮਝ ਕੇ ਅਪਲਾਈ ਕਰਿਓ। ਬਾਰ-ਬਾਰ ਅਪਲਾਈ ਕਰਨ ਦਾ ਮੌਕਾ US ਕੌਂਸਲ ਨੇ ਹੁਣ ਤੁਹਾਨੂੰ ਨਹੀਂ ਦੇਣਾ। ਵੈਸੇ ਵੀ ਜਨਵਰੀ ਤੋਂ ਲੈ ਕੇ ਮਾਰਚ ਅਪ੍ਰੈਲ ਦੇ ਪਹਿਲੇ ਦੂਜੇ ਵੀਕ ਤੱਕ ਸਲੋਟਸ ਨਹੀਂ ਮਿਲ ਪਾ ਰਹੇ, ਕੋਈ ਇੱਕਾ ਦੁੱਕਾ ਜ਼ਰੂਰ ਰਾਤ ਨੂੰ ਅਪਾਇੰਟਮੈਂਟ ਓਪਨ ਹੁੰਦੀ ਹੈ, ਬਟ ਆਪਾਂ ਐਮਬੈਸੀ 'ਚ ਇਸ ਟਾਈਮ ਅਪਾਇੰਟਮੈਂਟ ਜਿੰਨੇ ਵੀ 4 ਦੇ 4 ਕੌਂਸਲੇਟ, ਚਾਹੇ ਉਹ ਦਿੱਲੀ ਹੈ, ਚਾਹੇ ਮੁੰਬਈ ਹੈ, ਚਾਹੇ ਚੇਨਈ ਹੈ, ਚਾਹੇ ਹੈਦਰਾਬਾਦ ਆ, ਕਿਸੇ ਵੀ ਹਾਲੇ ਕੌਂਸਲੇਟ 'ਚ ਇਸ ਟਾਈਮ ਅਪਾਇੰਟਮੈਂਟ ਨਹੀਂ ਮਿਲ ਪਾ ਰਹੀਆਂ। ਸੋ ਬੱਚੇ ਇਸ ਟਾਈਮ ਪਰੇਸ਼ਾਨ ਆ ਜਿਨ੍ਹਾਂ ਦੀ ਐਡਮਿਸ਼ਨ ਹੋ ਚੁੱਕੀ ਮਈ ਇਨਟੇਕ ਲਈ, ਉਹਨਾਂ ਨੇ I-20 ਕੈਂਸਲ ਹੋ ਰਹੀ ਹੈ ਕਿਉਂਕਿ ਡੇਟ ਨਿਕਲਦੀ ਜਾ ਰਹੀ ਹੈ। ਸੋ RS ਗਲੋਬਲ ਦੇ ਕਈ ਬਥੇਰੇ ਬੱਚੇ ਨੇ, ਬਾਕੀ ਵੀ ਕੰਸਲਟੈਂਟ ਦੇ ਬੱਚੇ ਆ। US ਵਿੱਚ ਇਸ ਟਾਈਮ ਐਮਬੈਸੀ 'ਚ ਅਪਾਇੰਟਮੈਂਟ ਦੀ ਦਿੱਕਤ ਜ਼ਰੂਰ ਆ ਰਹੀ ਹੈ, ਬਟ ਉਮੀਦ ਕੀਤੀ ਜਾ ਰਹੀ ਹੈ ਕਿ ਜਦੋਂ ਹੁਣ ਨਵਾਂ ਕਾਨੂੰਨ ਇੰਪਲੀਮੈਂਟ ਹੋ ਗਿਆ, ਮਈ ਤੋਂ ਬਾਅਦ ਅਪਾਇੰਟਮੈਂਟ ਮਿਲਣੀਆਂ ਸ਼ਾਇਦ ਸ਼ੁਰੂ ਹੋ ਜਾਣ। ਸੋ US ਅਪਲਾਈ ਕਰਨਾ ਸੋਚ ਸਮਝ ਕੇ ਕਰਿਓ, ਹੁਣ ਇੱਕੋ ਮੌਕਾ ਮਿਲਣਾ, ਬਾਰ-ਬਾਰ ਅਪਲਾਈ ਨਹੀਂ ਕਰ ਪਾਓਗੇ। ਬਿਲਕੁਲ ਜੀ, ਬਿਲਕੁਲ। 70509 70509 ਨੰਬਰ ਹੈਗੇ ਨੇ ਜੀ RS ਗਲੋਬਲ ਦੇ, ਤੁਸੀਂ ਇਹਨਾਂ ਨੰਬਰ ਤੇ ਸ਼ੋਅ ਦੇ ਵਿੱਚ ਵੀ ਕਾਲ ਕਰ ਸਕਦੇ ਹੋ, ਉਸ ਤੋਂ ਬਾਅਦ ਵੀ। ਨੈਕਸਟ ਕਾਲ, ਹੈਲੋ हेलो कौन गल कर रहे हो? मैम मैं वैशाली बात कर रही हूँ शिमला से। हाँ जी, बताइए वैशाली, क्या पूछना चाहते हो? मैम मैं अभी आपका लाइव देख रही थी। ठीक है जी, बताइए क्या सवाल है? मैम मैंने स्पाउस वीजा करना है IELTS यूके में। यूके के लिए करना है और स्पाउस? क्या आपकी क्वालिफिकेशन क्या है वैशाली? मैम मैंने +2 की है। ओके, कब हुई थी? 2019 में। 2019 में। जी और कोई IELTS वगैरह किया आपने? क्या बोलते नहीं सर। आइल्स नहीं किया। +2 में कितने % मार्क्स हैं आपके? मैम 80%। 80%। इंग्लिश जो कितने? इंग्लिश में 70। ओके, ठीक है। विशाली, आप UK का अप्लाई कर पाओगे लेकिन अकेले जा सकते हो, स्पाउस साथ में नहीं जाएगा। सो पंजाबी चो ना हिंदी बोली बड़ी औखी लगती मैनू। कोई भी 12वीं पढ़िया बच्चा अगर UK पढ़न जाना चाहता, खुल के गल मैं की अगे भी कई बार अज भी करदा, बिल्कुल अप्लाई ना करना, क्योंकि उत्थे जाके 3 महीने बाद 6 महीने बाद तुसी अगर आपदे स्पाउस का वीज़ा अप्लाई करते हो, वो कल्ला एक विजिटर वीज़ा मिलना है। बथेरे एजेंट कह के भेज देंगे कि उत्थे जाके वीज़ा चेंज करा लिओ, प्लांटिंग कुछ नहीं होना। जब तक डिग्री पूरी नहीं करते 3 साल तुसी वर्क परमिट ते नहीं आउंदे, आपदे स्पाउस नूं नहीं साथ सकते। सो बैटर है
ਉਸ ਕੰਟਰੀ ਦੀ ਚੋਣ ਕਰੋ ਜਿੱਥੇ ਸਪਾਊਸ ਨਾਲ ਜਾ ਸਕੇ। ਸੋ ਜੇ 12ਵੀਂ ਪਾਸ ਸਟੂਡੈਂਟ ਹੈ, ਕੱਲਾ ਇੱਕ ਡੈਨਮਾਰਕ ਇਹੋ ਜਿਹਾ ਮੁਲਕ ਹੈ ਯੂਰਪ ਦੇ ਵਿੱਚ, ਸ਼ੈਨਗਨ ਪਾਰਟ ਵਿੱਚ, ਜਿੱਥੇ ਸਪਾਊਸ ਨੂੰ ਨਾਲ ਜਾਣ ਦੀ ਪਰਮਿਸ਼ਨ ਮਿਲਦੀ ਹੈ ਵਿਦ ਫੁੱਲ ਟਾਈਮ ਵਰਕ ਰਾਈਟਸ। ਸੋ ਆਇਲਟਸ 6 ਬੈਂਡ ਚਾਹੀਦੇ ਨੇ, ਵਿਦਆਊਟ ਆਇਲਟਸ ਡੈਨਮਾਰਕ 'ਚ ਨਹੀਂ ਹੁੰਦਾ। ਸੋ 12ਵੀਂ ਪਾਸ 2019 'ਚ ਕੀਤੀ ਆ, ਆਇਲਟਸ 6 ਬੈਂਡ ਲੈ ਲਓ ਜਾਂ ਪੀਟੀ 'ਚੋਂ 52 ਨੰਬਰ ਲੈ ਲਓ, ਸਪਾਊਸ ਨਾਲ ਜਾ ਸਕਦਾ। ਅਦਰਵਾਈਜ਼ ਯੂਕੇ ਇਕੱਲੇ ਪੜ੍ਹਨ ਜਾਣਾ, ਪੜ੍ਹ ਕੇ ਵਾਪਸ ਆਉਣਾ ਜਾਂ 3 ਸਾਲ ਬਾਅਦ ਸਪਾਊਸ ਨੂੰ ਸੱਦਣਾ, ਫਿਰ ਤਾਂ ਮੋਸਟ ਵੈਲਕਮ। ਜੇ ਨਾਲ ਜਾਣ ਦੀ ਪਲੈਨਿੰਗ ਕਰ ਰਹੇ ਹੋ ਤਾਂ ਯੂਕੇ ਤੁਹਾਡੇ ਲਈ ਨਹੀਂ ਆ। ਯੂਕੇ ਉਹਨਾਂ ਬੱਚਿਆਂ ਦੇ ਲਈ ਸਪਾਊਸ ਆਪਸ਼ਨ ਦਿੰਦਾ ਹੈ ਜਿਹੜੇ ਗ੍ਰੈਜੂਏਸ਼ਨ ਕਰਕੇ ਮਾਸਟਰਸ ਕੋਰਸ ਵਿੱਚ ਪੜ੍ਹਨ ਜਾ ਰਹੇ ਨੇ। ਜੀ ਕੈਨੇਡਾ ਵਾਂਗ 6 ਮਹੀਨੇ ਸਾਲ ਬਾਅਦ ਵੀ ਨਹੀਂ ਜਾ ਸਕਦਾ ਸਪਾਊਸ? ਜੇ ਮੈਂ ਏਜੰਟ ਦੀ ਆਵਾਜ਼ ਵਿੱਚ ਗੱਲ ਕਰਾਂ ਤਾਂ ਯੈਸ ਜਾ ਸਕਦੇ ਨੇ। ਉਹ ਕਹਿੰਦੇ ਨਾ ਹਾਥੀ ਦੇ ਦੰਦ ਖਾਣ ਵਾਲੇ ਹੋਰ ਆ, ਦਿਖਾਉਣ ਦੇ ਹੋਰ ਆ। ਯੈਸ ਸਪਾਊਸ ਉਹਦਾ ਅਪਲਾਈ ਕਰ ਸਕਦਾ, ਬਟ ਉਹ ਟੂਰਿਸਟ ਵੀਜ਼ਾ ਹੈ ਡੀਅਰ। ਸੋ ਟੂਰਿਸਟ ਵੀਜ਼ਾ ਜਾ ਕੇ ਨਾ ਤਾਂ ਕੰਮ ਕਰ ਸਕਦਾ, ਉਹਨੂੰ 6 ਮਹੀਨੇ ਵਿੱਚ ਵਾਪਸ ਵੀ ਆਉਣਾ ਪੈਣਾ। ਕੋਈ ਲੋਕ ਕਹਿੰਦੇ ਉੱਥੇ ਜਾ ਕੇ ਜੌਬ ਆਫਰ ਲੈ ਲਿਓ, ਵੀਜ਼ਾ ਚੇਂਜ ਕਰਾ ਲਿਓ, ਬਟ ਇੰਨਾ ਸੌਖਾ ਕੰਮ ਨਹੀਂ। ਤੁਸੀਂ ਵਿਜ਼ਟਰ ਵੀਜ਼ਾ ਅਪਲਾਈ ਕਰਨਾ, ਉਹ ਤਾਂ ਤੁਸੀਂ ਸਟੂਡੈਂਟ ਦੇ ਨਾਲ ਵੀ ਅਪਲਾਈ ਕਰ ਸਕਦੇ ਹੋ। ਤੁਹਾਡੀ ਵਾਈਫ ਸਟੂਡੈਂਟ ਵੀਜ਼ਾ ਅਪਲਾਈ ਕਰ ਰਹੀ ਹੈ, ਸਪਾਊਸ ਨਾਲ ਵਿਜ਼ਟਰ ਵੀਜ਼ਾ ਨਾਲ ਹੀ ਅਪਲਾਈ ਕਰ ਸਕਦਾ, ਫਿਰ ਤਾਂ 3 ਮਹੀਨੇ ਵੇਟ ਕਰਨ ਦੀ ਲੋੜ ਹੀ ਕੋਈ ਨਹੀਂ। ਬਟ ਐਕਚੁਅਲੀ ਜਿਹੜਾ ਸਪਾਊਸ ਵਰਡ ਪੰਜਾਬ 'ਚ ਜਿਹੜੇ ਲੋਕਾਂ ਦੇ ਦਿਮਾਗ 'ਚ ਘੁੰਮਦਾ ਉਹ ਇਹ ਹੈ ਕਿ ਉੱਥੇ ਜਾ ਕੇ ਸਪਾਊਸ ਕੰਮ ਕਰ ਸਕੇ। ਸੋ ਕੰਮ ਕਰਨ ਦੇ ਲਈ ਅਧਿਕਾਰ +2 ਵਾਲੇ ਬੱਚੇ ਨੂੰ ਬਿਲਕੁਲ ਨਹੀਂ ਮਿਲਨੇ। ਸੋ ਅਗਰ ਗ੍ਰੈਜੂਏਸ਼ਨ ਕੀਤੀ ਹੋਈ ਨਾਲ ਸਪਾਊਸ ਜਾ ਸਕਦਾ। ਸੋ ਅਗੇਨ ਡੈਨਮਾਰਕ ਇਜ਼ ਦ ਓਨਲੀ ਕੰਟਰੀ ਇਨ ਦ ਵਰਲਡ ਜਿਹੜਾ +2 ਪੜ੍ਹੀ ਸਟੂਡੈਂਟ ਨੂੰ ਵੀ ਸਪਾਊਸ ਦੇ ਨਾਲ ਜਾਣ ਦੀ ਪਰਮਿਸ਼ਨ ਦਿੰਦਾ, 6 ਬੈਂਡ ਦੇ ਨਾਲ। ਉਹ ਵੀ ਵਰਕ ਪਰਮਿਟ ਫੁੱਲ ਟਾਈਮ ਰਾਈਟਸ ਮਿਲਦੇ ਨੇ ਸਪਾਊਸ ਨਾਲ। ਜੀ ਸਰ, ਇਹ ਵੈਸੇ ਪਹਿਲਾਂ ਆਸਟ੍ਰੇਲੀਆ ਯੂਕੇ ਦੋਨੋਂ ਕੰਟਰੀਜ਼ ਜਿਹੜੀਆਂ ਸੀਗੀਆਂ +2 ਤੋਂ ਬਾਅਦ ਜਾ ਸਕਦਾ ਸੀ ਸਪਾਊਸ, ਅਚਾਨਕ ਇਹਨਾਂ ਨੇ ਰੂਲਸ ਕਿਉਂ ਚੇਂਜ ਕੀਤੇ? ਸਿੱਧਾ ਗ੍ਰੈਜੂਏਸ਼ਨ ਤੋਂ ਬਾਅਦ ਕਿਉਂ ਕਰ ਦਿੱਤਾ ਸਪਾਊਸ? ਤੁਸੀਂ ਇੱਕ ਵਰਡ ਯੂਜ਼ ਕੀਤਾ ਸੀ, ਜੁਗਾੜ। ਹੁਣ ਤੁਸੀਂ ਆਪੇ ਸੋਚੋ, ਜਿਹੜਾ +2 ਪੜਿਆ ਬੱਚਾ ਉਹਦੀ ਉਮਰ 18-19 ਸਾਲ ਹੁੰਦੀ ਹੈ। ਕੀ ਤੁਹਾਨੂੰ ਲੱਗਦਾ ਕਿ 18-19 ਸਾਲ ਦਾ ਬੰਦਾ ਪੰਜਾਬ 'ਚ ਕੋਈ ਵਿਆਹ ਕਰਾਉਂਦਾ? ਤੇ ਜੇ ਵਿਆਹ ਦਿਖਾਇਆ ਤਾਂ ਕਿਤੇ ਨਾ ਕਿਤੇ ਜੁਗਾੜ ਹੈ ਕਿ ਕੁੜੀ ਦੇ ਮੋਢੇ ਰੱਖ ਕੇ ਬੰਦੂਕ ਚਲਾਤੀ, ਮੁੰਡੇ ਕੋਲ ਆਇਲਟਸ ਨਹੀਂ ਹੋ ਰਹੀ, ਮੁੰਡਾ ਪੈਸੇ ਕਰ ਸਕਦਾ, ਕੁੜੀ ਆਇਲਟਸ ਕਰ ਸਕਦੀ ਹੈ, ਦੋਵੇਂ ਇੱਕ ਦੂਜੇ ਨੂੰ ਯੂਜ਼ ਕਰਦੇ ਆ। ਸੋ ਇਹਨਾਂ ਚੀਜ਼ਾਂ ਨੂੰ ਧਿਆਨ 'ਚ ਰੱਖਦੇ ਹੋਏ ਪਿਛਲੇ ਕੁਝ ਸਾਲਾਂ ਤੋਂ ਯੂਕੇ ਨੇ ਔਰ ਆਸਟ੍ਰੇਲੀਆ ਨੇ +2 ਨੂੰ ਸਪਾਊਸ ਨਾਲ ਜਾਣ ਦੀ ਪਰਮਿਸ਼ਨ ਬਿਲਕੁਲ ਬੰਦ ਕੀਤੀ ਹੈ। ਸੋ ਯੈਸ ਆਪਸ਼ਨ ਜ਼ਰੂਰ ਆ, ਬਟ ਜੇ ਗ੍ਰੈਜੂਏਸ਼ਨ ਕੀਤੀ ਤਾਂ ਸਪਾਊਸ ਦੇ ਨਾਲ ਮਾਸਟਰਸ ਕੋਰਸ ਤੁਸੀਂ ਯੂਕੇ ਪੜ੍ਹਨ ਜਾ ਸਕਦੇ ਹੋ। ਆਸਟ੍ਰੇਲੀਆ ਸਪਾਊਸ ਨਾਲ ਜਾਂਦਾ, ਸਵੀਡਨ ਨਾਲ ਜਾਂਦਾ, ਡੈਨਮਾਰਕ ਨਾਲ ਜਾਂਦਾ, ਬਟ ਓਨਲੀ ਜਿਹੜਾ ਸਟੂਡੈਂਟ ਮਾਸਟਰ ਡਿਗਰੀ ਪੜ੍ਹਨ ਜਾ ਰਿਹਾ ਵਾਸਤੇ ਜਾ ਰਿਹਾ। ਸੋ ਜੀ ਮੈਂ ਦੱਸ ਦਿੰਦੀ ਹਾਂ ਕਿ ਤੁਹਾਡੀਆਂ ਕਾਲ ਸਾਡੇ ਤੱਕ ਬਹੁਤ ਆ ਰਹੀਆਂ ਨੇ, ਪਰ ਮੈਂ ਚਾਹੁੰਦੀ ਹਾਂ ਕਿ ਇਨਫੋਰਮੇਸ਼ਨ ਜ਼ਿਆਦਾ ਤੋਂ ਜ਼ਿਆਦਾ ਲਈ ਜਾ ਸਕੇ। ਵਿੱਚੋਂ ਵਿੱਚ ਅਸੀਂ ਕਾਲ ਚੱਕ ਰਹੇ ਹਾਂ, ਪਰ ਘਬਰਾਉਣ ਦੀ ਜ਼ਰੂਰਤ ਨਹੀਂ। ਜੇਕਰ ਤੁਹਾਡਾ ਫੋਨ ਪਿਕ ਨਹੀਂ ਹੋ ਪਾ ਰਿਹਾ, ਨਹੀਂ ਲੱਗ ਰਿਹਾ, 70509 70509 ਨੰਬਰ ਆ ਗਏ ਨੇ, ਇਹਨਾਂ ਤੇ ਤੁਸੀਂ ਕਾਲ ਕਰਨੀ ਹੈ। ਮੋਹਾਲੀ, ਜਲੰਧਰ, ਅੰਮ੍ਰਿਤਸਰ ਦੇ ਵਿੱਚ RS ਗਲੋਬਲ ਦਾ ਆਫਿਸ ਹੈਗਾ, ਇੱਥੇ ਜਾ ਕੇ ਮਿਲਣਾ। ਸਰ ਨੂੰ ਮਿਲਣਾ ਚਾਹੁੰਦੇ ਹੋ, ਮਿਲੋਗੇ ਨਾ ਸਰ? ਕਿਉਂਕਿ ਬੱਚਾ ਦੀ ਸ਼ਿਕਾਇਤ ਹੈ, ਮਾਲਿਕ ਆਪ ਤਾਂ ਮਿਲਦੇ ਨਹੀਂ, ਉਹ ਕਾਉਂਸਲਰ ਦੇ ਨਾਲ ਮਿਲਾ ਦਿੰਦੇ ਨੇ ਸਾਨੂੰ। ਬਿਲਕੁਲ ਮਿਲਦੇ, ਬਟ ਮਿਲਦੇ ਆ ਪਰਮਿਟ ਦੇ ਨਾਲ ਆ ਜੀ, ਕਿਉਂਕਿ ਇਕੱਲਾ ਟੀਵੀ 'ਚ ਬੋਲਣ ਦੇ ਨਾਲ ਜਾਂ ਦਫ਼ਤਰ 'ਚ ਬੈਠ ਕੇ ਕੇਸ ਇਕੱਠੇ ਕਰਨ ਦੇ ਨਾਲ ਰਿਜ਼ਲਟ ਨਹੀਂ ਮਿਲਦੇ। ਪਿੱਛੇ ਬੈਕਐਂਡ ਤੇ ਟੀਮ ਨਾਲ ਬੈਠਣਾ ਪੈਂਦਾ। ਪਿੱਛੇ ਕੁਝ ਦਿਨਾਂ ਤੋਂ, ਕੁਝ ਹਫ਼ਤਿਆਂ ਤੋਂ ਮੈਂ ਆਪ ਆਪਣੀ ਪਬਲਿਕ ਮੀਟਿੰਗ ਜ਼ਰੂਰ ਘਟਾਈ ਵੀ ਹੈ, ਕਿਉਂਕਿ ਸਾਡੇ ਕੋਲ ਜਿਹੜੇ ਕੇਸ ਮਾਰਚ ਤੱਕ ਫਸਟ ਕੁਆਰਟਰ ਜਿਹੜੇ ਇਕੱਠੇ ਹੋਏ ਸੀ, ਸੋ ਉਹਨਾਂ ਨੂੰ ਹੁਣ ਅਸੀਂ ਐਡਮਿਸ਼ਨ ਦੇ ਪ੍ਰੋਸੈਸ ਨੂੰ, ਫਾਈਲਿੰਗ ਦੇ ਪ੍ਰੋਸੈਸ ਨੂੰ ਕਾਫੀ ਫਾਸਟ ਕੀਤਾ। ਬਟ ਸਟਿਲ ਜੇ ਕੋਈ ਮਿਲਣਾ ਚਾਹੁੰਦਾ, ਜਲੰਧਰ ਸੋਮਵਾਰ, ਅੰਮ੍ਰਿਤਸਰ ਮੰਗਲਵਾਰ ਤੇ ਮੋਹਾਲੀ ਸ਼ੁੱਕਰਵਾਰ ਜ਼ਰੂਰ ਮਿਲ ਸਕਦਾ। ਬਟ ਪਲੀਜ਼ ਅਪਾਇੰਟਮੈਂਟ ਲੈ ਕੇ ਜ਼ਰੂਰ ਆਇਓ। ਜੋ ਨੰਬਰ ਸਕਰੀਨ ਤੇ ਚੱਲ ਰਿਹਾ 70509 70509 ਤੇ ਕਾਲ ਕਰ ਲਓ। ਜਿਹੜੇ ਵੀ ਦਿਨ, ਜਿਹੜੇ ਵੀ ਸ਼ਹਿਰ 'ਚ ਜਿਹੜੀ ਬ੍ਰਾਂਚ ਮਿਲਣਾ ਚਾਹੁੰਦੇ ਹੋ, ਮੇਰੇ ਨਾਲ ਟਾਈਮ ਫਿਕਸ ਕਰ ਲਓ, ਤੁਹਾਡੇ ਕੋਲ ਮੇਰੀ ਅਪਾਇੰਟਮੈਂਟ ਪਹੁੰਚ ਜਾਏਗੀ। 24 ਘੰਟੇ ਪਹਿਲਾਂ ਜ਼ਰੂਰ ਮਿਲਾਂਗਾ। ਅਦਰਵਾਈਜ਼ ਜੇ ਦੂਰੋਂ ਹੋ, ਨਹੀਂ ਆ ਸਕਦੇ, ਤਾਂ ਸਾਡੇ ਨਾਲ ਵੀਡੀਓ ਕਾਲ ਦੇ ਰਾਹੀਂ ਵੀ ਤੁਸੀਂ ਆਪਣੀ ਕਾਉਂਸਲਿੰਗ ਆਨਲਾਈਨ ਲੈ ਸਕਦੇ ਹੋ। ਬਿਲਕੁਲ। ਅੱਛਾ ਸਰ, US ਤੇ ਆਨੇ ਆ, US ਨੇ ਨਵਾਂ ਰੂਲ ਬਣਾ ਦਿੱਤਾ ਕਿ ਇੱਕ ਵਾਰ ਰਿਫਿਊਜ਼ਲ ਆ ਗਈ, ਦੁਬਾਰਾ ਅਪਲਾਈ ਨਹੀਂ ਕਰ ਸਕਦੇ ਤੁਸੀਂ US ਦੇ ਵਿੱਚ, ਤੇ ਹੁਣ ਉਹ ਬੱਚਿਆਂ ਦਾ ਕੀ ਹੋਏਗਾ? ਨਹੀਂ, ਅਪਲਾਈ ਜ਼ਰੂਰ ਕਰ ਸਕਦੇ ਰਬਲ, ਬਟ ਅਪਲਾਈ ਕਰ ਸਕਣਗੇ ਸਮਰ ਔਰ ਜਿਹੜਾ ਸਪ੍ਰਿੰਗਸ ਜਿਹੜਾ ਸੈਸ਼ਨ 'ਚ ਬੱਚਾ ਰਿਫਿਊਜ਼ ਹੋ ਗਿਆ, 1 ਸਾਲ ਬਾਅਦ ਅਪਲਾਈ ਕਰ ਪਾਏਗਾ। ਕੈਨੇਡਾ ਜੋ US ਅਪਲਾਈ ਕਰਨਾ, ਐਮਬੈਸੀ ਫੀਸ ਦੇ ਨਾਲ ਤੁਹਾਡੀ ਇੱਕ ਸਰਵਿਸ ਫੀਸ ਜਾਂਦੀ ਹੈ, ਸਰਵਿਸ ID ਦੇ ਨਾਲ ਉਹਦੀ $350 US ਫੀਸ ਜਾਂਦੀ, 27-28 ਰੁਪਇਆ। ਸੋ 1 ਸਾਲ ਤੱਕ ਵੈਲਿਡ ਹੁੰਦੀ ਹੈ। ਸੋ ਬੱਚਾ ਪਹਿਲਾਂ 1 ਸਾਲ ਦੇ ਵਿੱਚ ਉਸੇ ਫੀਸ ਵਿੱਚ ਚਾਹੇ 10 ਵਾਰ ਐਮਬੈਸੀ ਪੇਸ਼ ਹੋ ਜਾਏ, ਦੁਬਾਰਾ ਫੀਸ ਨਹੀਂ ਪੇ ਕਰਨੀ ਪੈਂਦੀ ਸੀ। ਹੁਣ ਬੱਚੇ ਨੂੰ ਸਾਲ ਬਾਅਦ ਅਗਰ ਅਪਲਾਈ ਕਰਦਾ ਤਾਂ ਸਰਵਿਸ ਫੀਸ ਫਿਰ ਦੁਬਾਰਾ ਪੇ ਕਰਨੀ ਪਏਗੀ। ਸੋ ਫਿਲਹਾਲ ਵੈਸੇ ਵੀ US ਵਿੱਚ ਬੱਚਿਆਂ ਦਾ ਰੁਝਾਨ ਥੋੜਾ ਘਟ ਗਿਆ, ਕਿਉਂਕਿ ਅਪਾਇੰਟਮੈਂਟ ਨਹੀਂ ਮਿਲ ਪਾ ਰਹੀਆਂ। ਸੋ ਉਸ ਕੰਟਰੀ 'ਚ ਅਪਲਾਈ ਕਰੋ ਜਿੱਥੇ ਵੀਜ਼ੇ ਖੁੱਲੇ ਆ, ਜਿੱਥੇ ਤੁਹਾਡੀ ਐਲੀਜੀਬਿਲਟੀ ਬਣਦੀ ਆ। ਅੱਜ ਦੀ ਡੇਟ 'ਚ ਯੂਰਪ ਬੱਚਿਆਂ ਦੀ ਬੜੀ ਤੇਜ਼ੀ ਨਾਲ ਪਸੰਦ ਬਣਦਾ ਜਾ ਰਿਹਾ, ਕਿਉਂਕਿ ਯੂਰਪ ਵਿੱਚ ਸਾਡੇ ਕੋਲ ਤਕਰੀਬਨ 18 ਮੁਲਕ ਨੇ। ਮੈਨੂੰ ਲੱਗਦਾ ਨਹੀਂ ਕਿ ਪੂਰੇ ਨਾਰਥ ਇੰਡੀਆ 'ਚ ਕੋਈ ਇਹੋ ਜਿਹੀ ਕੰਪਨੀ ਹੋਏਗੀ ਜਿਹੜੀ 18 ਯੂਰਪੀਅਨ ਕੰਟਰੀਜ਼, UK, ਕੈਨੇਡਾ, ਆਸਟ੍ਰੇਲੀਆ, USA, ਜਾਪਾਨ, ਦੁਬਈ, ਸਾਊਥ ਕੋਰੀਆ, 35 ਤੋਂ ਉੱਪਰ ਮੁਲਕਾਂ 'ਚ ਅਸੀਂ ਬੱਚੇ ਭੇਜਦੇ ਹਾਂ। ਸੋ ਸਾਡੇ ਕੋਲ ਕੋਈ ਇੱਕ ਕੰਟਰੀ ਨਹੀਂ ਕਿ ਅਸੀਂ ਉੱਥੇ ਬੱਚਾ ਭੇਜਣਾ। ਸਾਡੀ ਟੀਮ ਦੀ ਜਾਂ ਮੇਰੀ ਕੋਸ਼ਿਸ਼ ਇਹ ਰਹਿੰਦੀ ਹੈ, ਬੱਚੇ ਦੀ ਪ੍ਰੋਫਾਈਲ, ਬੱਚੇ ਦੀ ਪਰਸੈਂਟੇਜ, ਉਹਦਾ ਪਾਸਿੰਗ ਈਅਰ, ਉਹਦਾ ਆਇਲਟਸ ਬੈਂਡ, ਪਲੱਸ ਉਹਦੇ ਮਾਪਿਓ ਦਾ ਬਜਟ ਵੇਖ ਕੇ ਬੱਚੇ ਨੂੰ ਕਾਉਂਸਲਿੰਗ ਕੀਤੀ ਜਾ ਸਕੇ। ਅਗਰ ਤੁਸੀਂ ਇਸ ਗੱਲ ਦੀ ਡੂੰਘਾਈ 'ਚ ਜਾਓ ਕਿ ਕੰਸਲਟੈਂਟ ਦੀ ਡੈਫੀਨੇਸ਼ਨ ਕੀ ਹੈ, ਕੰਸਲਟੈਂਟ ਦਾ ਕੰਮ ਹੀ ਤੁਹਾਨੂੰ ਕੰਸਲਟੇਸ਼ਨ ਦੇਣਾ ਹੈ। ਪਰ ਪਿਛਲੇ 5-7 ਸਾਲਾਂ ਤੋਂ ਕੰਸਲਟੈਂਟ ਦੀ ਪਰਿਭਾਸ਼ਾ ਬਣ ਗਈ ਵੀਜ਼ਾ ਏਜੰਟ।
ਹਲਕੇ ਜਿਹੜਾ ਕੰਸਲਟੈਂਟ ਆ ਉਹ ਕਦੇ ਵੀ ਵੀਜ਼ਾ ਲਵਾ ਕੇ ਨਹੀਂ ਦੇ ਸਕਦਾ। ਮੈਂ ਕਈ ਵਾਰ ਕਿਸੇ ਅਲੱਗ-ਅਲੱਗ ਮੰਚ ਤੇ ਬੋਲਿਆ, ਕੰਸਲਟੈਂਟ ਕੇਵਲ ਇੱਕ ਕੰਸਲਟੇਸ਼ਨ ਦਿੰਦਾ। ਹੁਣ ਮੇਰੇ ਕੋਲ ਅਗਰ 15 ਸਾਲ ਦਾ ਐਕਸਪੀਰੀਅੰਸ ਹੈ, ਅਲੱਗ-ਅਲੱਗ 35 ਮੁਲਕਾਂ 'ਚ ਮੈਂ ਬੱਚੇ ਭੇਜੇ, ਰਿਫਿਊਜ਼ਲ ਲਵਾਏ, ਅਕਲ ਆ ਗਈ ਕਿ ਬੱਚੇ ਭੇਜਣ ਲਈ ਚਾਹੀਦਾ ਕੀ ਹੈ। ਤਾਂ ਅੱਜ ਮੈਂ ਆਪਣੇ ਤਜਰਬੇ ਨਾਲ, ਆਪਣੀ ਜ਼ਿੰਦਗੀ ਦੇ ਤਜਰਬੇ ਨਾਲ ਮੈਂ ਇਹ ਦੱਸ ਸਕਦਾ ਕਿ ਇਸ ਪ੍ਰੋਫਾਈਲ ਦੀ ਐਲੀਜੀਬਿਲਟੀ ਕਿੱਥੇ ਬਣਦੀ ਹੈ। ਸੋ ਅੱਜ 18 ਤੋਂ ਉੱਪਰ ਮੁਲਕਾਂ 'ਚ ਯੂਰਪ 'ਚ ਪੜ੍ਹਨ ਜਾ ਸਕਦੇ ਹੋ, ਆਇਲਸ ਕਰਨ ਦੀ ਲੋੜ ਨਹੀਂ। ਮੈਂ ਗ੍ਰੀਸ ਦੀ ਗੱਲ ਕਰਦਾ, ਗ੍ਰੀਸ ਦੇ ਵਿੱਚ ਕੈਪੀਟਲ ਸਿਟੀ। ਗ੍ਰੀਸ ਤੋਂ ਪਹਿਲਾਂ ਆਪਾਂ ਕਾਲਰ ਲੈਣੇ ਆ। ਜ਼ਰੂਰ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੌਣ ਗੱਲ ਕਰ ਰਹੇ ਹੋ? ਮੈਡਮ ਮੈਂ ਜੀ ਹਾਂਜੀ ਦੱਸੋ ਕੌਣ ਗੱਲ ਕਰ ਰਹੇ ਹੋ ਜੀ? ਜਗਮੀਤ ਗੱਲ ਕਰ ਰਿਹਾ ਜੀ। ਹਾਂਜੀ ਦੱਸੋ ਜਗਮੀਤ ਜੀ, ਕੀ ਸਵਾਲ ਹੈ? ਮੈਂ ਯੂਰਪ ਜਾਣਾ ਸੀਗਾ ਤੇ ਆਈਲੈਟਸ ਤੋਂ ਬਿਨਾ ਹੋ ਸਕਦਾ ਜੀ? ਪੜ੍ਹਾਈ ਕੀ ਕੀਤੀ ਹੈ, ਕੁਆਲੀਫਿਕੇਸ਼ਨ ਕੀ ਹੈ ਤੁਹਾਡੀ? +2 ਕਰੀ ਹੈ ਜੀ 2021 ਚ। 2021 ਚ ਕਿੰਨੇ % ਨੰਬਰ ਆਏ ਸੀਗੇ? 70% ਨੰਬਰ ਹੈ। ਯੂਰਪ ਚ ਕਿਹੜੀ ਕੰਟਰੀ ਚ ਜਾਣਾ ਚਾਹੁੰਦੇ ਹੋ? ਯੂਰਪ ਦੀ ਜਿੱਥੇ ਹੋ ਜਵੇ ਜੀ, ਵਿਦਆਊਟ ਜਗਮੀਤ, ਤੁਹਾਡੇ ਲਈ ਤਕਰੀਬਨ 12-13 ਮੁਲਕਾਂ ਦੇ ਦਰਵਾਜ਼ੇ ਖੁੱਲੇ ਆ। ਡੈਨਮਾਰਕ ਔਰ ਸਵੀਡਨ ਛੱਡ ਕੇ ਤੁਸੀਂ ਫਰਾਂਸ ਪੜ੍ਹਨ ਜਾ ਸਕਦੇ ਹੋ, ਨੀਦਰਲੈਂਡ ਜਿਹਨੂੰ ਪਹਿਲਾਂ ਹਾਲੈਂਡ ਕਿਹਾ ਜਾਂਦਾ ਸੀ, ਉੱਥੇ ਪੜ੍ਹਨ ਜਾ ਸਕਦੇ ਹੋ। ਉਸ ਤੋਂ ਇਲਾਵਾ ਤੁਸੀਂ ਜਰਮਨੀ ਪੜ੍ਹਨ ਜਾ ਸਕਦੇ ਹੋ, ਇਟਲੀ ਪੜ੍ਹਨ ਜਾ ਸਕਦੇ ਹੋ, ਮਾਲਟਾ, ਲਿਥੁਆਨੀਆ, ਲਾਟਵੀਆ, ਹੰਗਰੀ, ਇਹਨਾਂ ਸਾਰੇ ਮੁਲਕਾਂ 'ਚ ਪੜ੍ਹਨ ਜਾ ਸਕਦੇ ਹੋ। ਇੱਕ ਮੋਟੀ ਜਿਹੀ ਨਕਸ਼ਾ ਗੱਲ ਦੱਸਦੇ ਹਾਂ। ਸਟੂਡੈਂਟ ਜਿਹੜੇ +2 ਪਾਸ ਨੇ 2017 ਜਾਂ ਇਸ ਤੋਂ ਬਾਅਦ 'ਚ, +2 ਪਾਸ ਹੈ 2017 ਜਾਂ ਇਸ ਤੋਂ ਬਾਅਦ 'ਚ, ਯਾਨੀ ਕਿ ਅੱਜ 2022 'ਚ ਬੈਠੇ ਆ, ਤਾਂ 5 ਸਾਲ ਤੱਕ ਗੈਪ ਅਸੈਪਟੇਬਲ ਆ ਵਿਦ ਜਸਟੀਫਿਕੇਸ਼ਨ। ਉਹ ਬੱਚਾ ਨੀਦਰਲੈਂਡ ਪੜ੍ਹਨ ਜਾ ਸਕਦਾ, ਉਹ ਬੱਚਾ ਗ੍ਰੀਸ ਪੜ੍ਹਨ ਜਾ ਸਕਦਾ, ਉਹ ਬੱਚਾ ਹੰਗਰੀ ਪੜ੍ਹਨ ਜਾ ਸਕਦਾ, ਬੱਚਾ ਫਰਾਂਸ ਪੜ੍ਹਨ ਜਾ ਸਕਦਾ, ਆਇਲਟਸ ਕਰਨ ਦੀ ਲੋੜ ਨਹੀਂ, ਜਰਮਨੀ ਬੱਚਾ ਪੜ੍ਹਨ ਜਾ ਸਕਦਾ। ਜੇ ਗ੍ਰੈਜੂਏਸ਼ਨ ਕੀਤੀ ਹੈ ਤਾਂ 10 ਸਾਲ ਤੱਕ ਦਾ ਗੈਪ ਚੱਲਦਾ ਗ੍ਰੀਸ ਦੇ ਵਿੱਚ ਤੇ ਜਰਮਨੀ ਦੇ ਵਿੱਚ। ਬਾਕੀ ਮੁਲਕਾਂ 'ਚ 5 ਤੋਂ 6 ਸਾਲ ਦਾ ਗੈਪ ਅਸੈਪਟੇਬਲ ਆ। ਸੋ ਤੁਸੀਂ ਆਇਲਟਸ ਕੀਤੀ ਹੈ ਜਾਂ ਨਹੀਂ ਕੀਤੀ, 12ਵੀਂ ਕੀਤੀ ਜਾਂ ਗ੍ਰੈਜੂਏਸ਼ਨ ਕੀਤੀ, ਆਇਲਟਸ 6 ਬੈਂਡ ਹੈ ਜਾਂ 5.5 ਬੈਂਡ ਹੈ ਜਾਂ ਨਹੀਂ ਕੀਤੀ, ਜਾਂ ਪਰਸੈਂਟੇਜ ਤੁਹਾਡੀ 50% ਹੈ, ਯੂਰਪ ਵਿੱਚ 1 2 3 4 ਨਹੀਂ 18 ਮੁਲਕਾਂ ਦੇ ਦਰਵਾਜ਼ੇ ਖੁੱਲ੍ਹੇ ਨੇ। ਤਕਰੀਬਨ 3000 ਤੋਂ ਉੱਪਰ ਕਾਲਜਸ, ਯੂਨੀਵਰਸਿਟੀ ਨੂੰ ਅਸੀਂ ਸਿੱਧੇ ਤੌਰ ਤੇ ਰਿਪਰੈਜ਼ੈਂਟ ਕਰਦੇ ਹਾਂ। ਉਹ ਸਾਡਾ ਸਕਸੈਸ ਰੇਟ 92% ਉੱਪਰ ਹੈ ਯੂਰਪੀਅਨ ਕੰਟਰੀਜ਼ ਦਾ। ਜੇ ਮੈਂ ਡੈਨਮਾਰਕ ਦੀ ਗੱਲ ਕਰਾਂ, ਸਵੀਡਨ ਦੀ ਗੱਲ ਕਰਾਂ, ਸਾਡਾ ਸਕਸੈਸ ਰੇਟ 100% ਹੈ। 100% ਇਸ ਮੰਚ ਤੇ ਓਪਨਲੀ ਬੋਲ ਰਹੇ ਹਾਂ। ਨਾਟ ਅ ਸਿੰਗਲ ਵੀਜ਼ਾ ਹੈਜ਼ ਬੀਨ ਰਿਫਿਊਜ਼ਡ ਟਿਲ ਡੇਟ ਫॉर ਡੈਨਮਾਰਕ ਐਂਡ ਸਵੀਡਨ। ਆਇਲਟਸ ਕੀਤੀ 6 ਬੈਂਡ ਆ, 12ਵੀਂ ਕੀਤੀ ਆ, ਡੈਨਮਾਰਕ 'ਚ ਬੈਚਲਰ ਪੜ੍ਹਨ ਜਾ ਸਕਦੇ ਹੋ, ਸਪਾਊਸ ਨਾਲ ਜਾ ਸਕਦਾ। ਬੀਟੈਕ ਕੀਤੀ ਹੈ ਜਾਂ ਟੈਕਨੀਕਲ ਐਜੂਕੇਸ਼ਨ ਲਈ ਹੈ, ਜਿਹਨੇ ਕਿ ਕਿਸੇ ਨੇ ਬੈਚਲਰ ਆਫ ਕੰਪਿਊਟਰ ਐਪਲੀਕੇਸ਼ਨ ਪੜ੍ਹਿਆ, ਬਾਅਦ 'ਚ ਮਾਸਟਰ ਆਫ ਕੰਪਿਊਟਰ ਐਪਲੀਕੇਸ਼ਨ, ਉਸ ਤੋਂ ਬਾਅਦ ਬੈਚਲਰ ਆਫ BCA IT ਕੀਤੀ ਹੈ ਜਾਂ MCA ITA ਕੀਤੀ, ਯਾਨੀ ਕਿ MSc IT ਕੀਤੀ ਹੈ। ਇਹੋ ਜਿਹੇ ਸਟੂਡੈਂਟਸ ਨੂੰ ਆਇਲਟਸ ਕਰਨ ਦੀ ਲੋੜ ਨਹੀਂ। ਵਿਦਆਊਟ ਆਇਲਟਸ 10 ਸਾਲ ਦੇ ਗੈਪ ਨਾਲ ਵੀ ਸਪਾਊਸ ਤੇ ਬੱਚਿਆਂ ਨੂੰ ਨਾਲ ਲੈ ਕੇ ਜਾ ਸਕਦਾ। ਔਰ ਬੱਚਿਆਂ ਦੇ ਉੱਥੇ ਮੈਡੀਕਲ ਫੈਸਿਲਿਟੀਜ਼ ਫ੍ਰੀ ਹੈ। ਇੱਥੋਂ ਤੁਹਾਡੇ ਪੂਰੇ ਪਰਿਵਾਰ ਨੂੰ ਪਿੰਕ ਕਲਰ ਦੇ ਰੈਜ਼ੀਡੈਂਸ ਕਾਰਡ ਇਸ਼ੂ ਹੋ ਕੇ ਜਾਂਦੇ ਸਵੀਡਨ 'ਚ। ਹੁਣ ਤੱਕ ਸਕਸੈਸ ਰੇਟ 100% ਆ। 2 ਸਾਲ ਦੀ ਡਿਗਰੀ ਕਰਦਾ ਸਟੂਡੈਂਟ, 1.5 ਸਾਲ ਦਾ ਵਰਕ ਪਰਮਿਟ ਆ, ਫਰਦਰ ਐਕਸਟੈਂਸ਼ਨ ਲੈ ਕੇ 5 ਸਾਲ ਬਾਅਦ PR ਲਈ ਜਾ ਸਕਦੀ ਹੈ। ਕਿਸੇ ਵੀ ਇੱਕ ਮੁਲਕ 'ਚ ਵੀਜ਼ਾ ਲੈ ਕੇ 26 ਮੁਲਕਾਂ 'ਚ ਜਿੱਥੇ ਮਰਜ਼ੀ ਘੁੰਮਣ ਜਾਇਆ ਜਾ ਸਕਦਾ। ਤੁਹਾਨੂੰ ਵੀਜ਼ਾ ਲੈਣ ਦੀ ਲੋੜ ਨਹੀਂ। ਬਾਏ ਰੋਡ, ਬਾਏ ਫੇਰੀ, ਬਾਏ ਫਲਾਈਟ ਕਿਸੇ ਵੀ ਕੰਟਰੀ ਘੁੰਮਣ ਜਾ ਸਕਦੇ ਹੋ 26 ਕੰਟਰੀਆਂ 'ਚ। ਸੋ ਯੂਰਪ ਵਿੱਚ ਉਸ ਕੰਟਰੀ ਦੀ ਸਿਲੈਕਸ਼ਨ ਆਪਣੀ ਬਣਾਓ ਜਿੱਥੇ ਤੁਹਾਨੂੰ ਵੀਜ਼ਾ ਸਕਸੈਸਿਸ 100% ਮਿਲੇ। ਅੱਜ ਗ੍ਰੀਸ, ਅੱਜ ਨੀਦਰਲੈਂਡ ਦੇ ਵਿੱਚ 100% ਸਕਸੈਸ ਰੇਟ ਆ। ਅਕਤੂਬਰ ਦਾ ਬੈਚ ਅਵੇਲੇਬਲ ਆ ਦੋਸਤੋ। 4-5 ਸਾਲ ਦਾ ਗੈਪ ਹੈ। ਪੜ੍ਹਨ ਜਾਣਾ ਚਾਹੁੰਦੇ ਹੋ ਤਾਂ RS ਗਲੋਬਲ ਦੇ ਨੇੜਲੀ ਬ੍ਰਾਂਚ ਜਲੰਧਰ ਪੈਂਦਾ ਜਾਂ ਮੋਹਾਲੀ ਜਾਂ ਅੰਮ੍ਰਿਤਸਰ ਪੈਂਦਾ, ਉੱਥੇ ਆ ਕੇ ਆਪਣੇ ਪਰਿਵਾਰ ਨਾਲ ਡਾਕੂਮੈਂਟ ਲੈ ਕੇ ਸਲਾਹ ਮਸ਼ਵਰਾ ਲਓ। 2-4 ਦਿਨ ਦੇ ਵਿੱਚ ਕੇਸ ਸ਼ੁਰੂ ਕਰੋ, ਕਿਉਂਕਿ ਅਗਸਤ ਸਤੰਬਰ ਇਨਟੇਕ ਅਸੀਂ ਅਪ੍ਰੈਲ ਤੋਂ ਬਾਅਦ ਕਲੋਜ਼ ਕਰ ਦੇਣਾ। ਦੂਰੋਂ ਹੋ, ਕਿਸੇ ਹੋਰ ਸਟੇਟ ਤੋਂ ਬਿਲੋਂਗ ਕਰਦੇ ਹੋ, ਪ੍ਰੋਗਰਾਮ ਵੇਖ ਰਹੇ ਹੋ, ਨਹੀਂ ਆ ਸਕਦੇ, ਸਾਡੇ ਹੈਲਪਲਾਈਨ ਨੰਬਰ ਤੇ ਕਾਲ ਕਰ ਲਓ, ਡਾਕੂਮੈਂਟ WhatsApp ਕਰ ਦਿਓ, ਮੁੜ ਕੇ ਈਮੇਲ ਦੇ ਥਰੂ ਜਾਂ ਆਨਲਾਈਨ ਤੁਸੀਂ ਆਪਦਾ ਕੇਸ ਪ੍ਰੋਸੈਸ ਕਰ ਸਕਦੇ ਹੋ। ਕਿਉਂਕਿ ਅੱਜ ਸਾਡੇ ਕੋਲ ਰਾਜਸਥਾਨ ਤੋਂ, ਗੁਜਰਾਤ ਤੋਂ, ਹਰਿਆਣੇ ਤੋਂ ਜਾਂ ਮੱਧ ਪ੍ਰਦੇਸ਼ ਤੋਂ ਕਈ ਬੱਚਿਆਂ ਨੇ ਆਨਲਾਈਨ ਅਪਲਾਈ ਕੀਤਾ, ਜਿਹੜੇ ਦਫ਼ਤਰ ਅੱਜ ਤੱਕ ਵਿਜ਼ਿਟ ਕਰਨ ਨਹੀਂ ਆਏ। ਸੋ ਆਨਲਾਈਨ ਵੀਜ਼ਾ ਲੈ ਕੇ ਤੁਸੀਂ ਆਨਲਾਈਨ ਆਪਣੀ ਐਪਲੀਕੇਸ਼ਨ ਦਰਜ ਕਰ ਸਕਦੇ ਹੋ। ਸੋ ਯੂਰਪ 'ਚ ਪੜ੍ਹਨਾ ਚਾਹੁੰਦੇ ਹੋ ਜਾਂ ਫਿਰ ਕੈਨੇਡਾ ਦੀ ਗੱਲ ਕਰਾਂ, ਅੱਜ ਕੈਨੇਡਾ ਦੀਆਂ ਰਿਫਿਊਜ਼ਲ ਬਹੁਤ ਘੱਟ ਚੁੱਕੀਆਂ, ਬਟ ਫਿਰ ਵੀ ਮੇਰੇ ਦਫ਼ਤਰ 'ਚ ਪਤਾ ਨਹੀਂ ਖਰੇ ਸਾਡੀ ਦਫ਼ਤਰ ਦੀ ਤਰਾਸਦੀ ਹੈ, ਸਾਡੇ ਕੋਲ 10 ਪਿੱਛੇ 8 ਬੱਚੇ ਰਿਫਿਊਜ਼ ਹੋ ਕੇ ਆਉਂਦੇ ਆ। ਮੈਂ ਜਨਵਰੀ, ਫਰਵਰੀ, ਮਾਰਚ ਅਗਰ 3 ਮਹੀਨੇ ਦੀ ਗੱਲ ਕਰਾਂ, 2022 ਦਾ ਪਹਿਲਾ ਕੁਆਟਰ RS ਗਲੋਬਲ ਦਾ SDS ਕੈਟਾਗਰੀ ਸਕਸੈਸ ਰੇਟ 100% ਹੈ। ਮੈਂ ਅੱਜ ਤੁਹਾਨੂੰ ਸਵੀਡਨ, ਡੈਨਮਾਰਕ ਦੀ 100% ਦੀ ਗੱਲ ਕੀਤੀ। ਅੱਜ ਕੈਨੇਡਾ ਦੇ ਮੈਂ SDS ਕੈਟਾਗਰੀ ਦੀ 100% ਗੱਲ ਕਰ ਰਿਹਾ। ਉਹ ਬੜੀ ਮਾਣ ਵਾਲੀ ਗੱਲ ਆ। ਜਿੱਥੇ ਸਾਡਾ ਸਕਸੈਸ ਰੇਟ 92% ਸੀ, ਉਹ ਵੱਧ ਕੇ 100% ਹੋ ਗਿਆ। ਤੁਹਾਡਾ ਕੈਨੇਡਾ 1 ਵਾਰ ਰਿਫਿਊਜ਼ ਹੋ ਗਿਆ, 2 ਵਾਰ ਰਿਫਿਊਜ਼ ਆ, 3 ਵਾਰ ਰਿਫਿਊਜ਼ ਆ, ਘਬਰਾਉਣ ਦੀ ਲੋੜ ਨਹੀਂ। ਇੱਕੋ ਸ਼ਰਤ ਆ ਸਾਡੀ,
अगर IELTS 6 बैंड ईच है 5.5 एक मॉड्यूल चों कैनेडा अप्लाई ना करो, समा खराब ना करो। 6 बैंड ईच है, ਇਹੋ ਜਿਹੇ ਕਾਲਜ ਦੀ ਆਪਸ਼ਨ ਦਊਂਗਾ ਜਿੱਥੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੇਣੇ ਪੈਣਗੇ। ਉਹ ਵਾਲੇ ਕਾਲਜ ਜਿੱਥੇ ਪੜ੍ਹਾਈ ਤੋਂ ਬਾਅਦ ਪੋਸਟ ਗ੍ਰੈਜੂਏਟ ਵਰਕ ਪਰਮਿਟ ਵੀ ਮਿਲੇਗਾ, ਜਾਂ ਫਿਰ ਇਦਾਂ ਦੇ ਕਾਲਜ ਜਿੱਥੇ ਕੇਵਲ ਇੱਕੋ ਸਾਲ ਪੜ੍ਹ ਕੇ ਦੂਜੇ ਸਾਲ LMI ਲੈ ਕੇ ਵਰਕ ਪਰਮਿਟ ਕਾਲਜ ਦਿਵਾਉਂਦਾ ਤੇ ਤੀਜੇ ਸਾਲ PR ਲਈ ਜਾ ਸਕਦੀ ਹੈ। ਸੋ ਫਾਸਟੈਸਟ PR ਲੈਣੀ ਚਾਹੁੰਦੇ ਹੋ, ਕੁਕਿੰਗ ਦਾ ਕਲਨਰੀ ਆਰਟਸ ਦਾ ਡਿਪਲੋਮਾ ਕਰਨਾ ਚਾਹੁੰਦੇ ਹੋ, ਜਾਂ ਫਿਰ ਕੈਨੇਡਾ 'ਚ ਪੜ੍ਹਨਾ ਚਾਹੁੰਦੇ ਹੋ, ਬਜਟ ਘੱਟ ਆ, ਨਹੀਂ 8-10 ਲੱਖ ਰੁਪਏ ਸਾਲ ਦੀ ਫੀਸ ਅਫੋਰਡ ਕਰ ਸਕਦੇ। ਹੁਣ ਸ਼ਾਇਦ $18,000 ਹੁੰਦੀ 1 ਸਾਲ ਦੀ ਪਬਲਿਕ ਕਾਲਜ ਦੀ, ਤੇ 2 ਸਾਲ ਦੀ ਜੇ ਫੀਸ ਦੀ ਗੱਲ ਕਰਾਂ ਤਾਂ $34-35,000 2 ਸਾਲ ਦੀ ਫੀਸ ਆ ਕੈਨੇਡਾ ਦੀ। ਜੇ ਸਾਲ ਦੀ 10 ਲੱਖ ਫੀਸ ਤੇ 2 ਸਾਲ ਦੀ 20 ਲੱਖ ਫੀਸ ਬਣਦੀ ਹੈ। ਮੈਂ ਵੈਨਕੂਵਰ ਦੇ ਵਿੱਚ ਤੁਹਾਨੂੰ ਯੂਨੀਵਰਸਿਟੀ 'ਚ ਪੜ੍ਹਾਊਂਗਾ, ਡਿਗਰੀ ਕਰਾਊਂਗਾ ਤੇ ਫੀਸ ਹੋਏਗੀ ਕੇਵਲ $15,000 2 ਸਾਲ ਦੀ। 1 ਸਾਲ ਦੀ ਫੀਸ ਦੇ ਬਰਾਬਰ ਤੁਸੀਂ 2 ਸਾਲ ਦੀ ਫੀਸ ਪੇ ਕਰ ਰਹੇ ਹੋ, यानी कि 50% तक स्कॉलरशिप। सो सितंबर इनटेक है, दाखले लिमिटेड है क्योंकि सीट साढ़े को लिमिटेड है, तकरीबन 300-350 सीट साढ़े को अवेलेबल है। 50% पढ़ाई की फीस स्कॉलरशिप चाहिए है, वो भी यूनिवर्सिटी की गल कर रहे हैं, मैं किसी प्राइवेट कॉलेज गल नहीं कर रहा। सो घट फीस में यानी कि 50% की स्कॉलरशिप लैके यूनिवर्सिटी तो डिग्री करना चाहते हो, या फिर पैसे वीज़ा लगन तो बाद देना चाहते हो, या फिर कैनेडा 1 2 3 4 रिफ्यूज़ल लवा चुके हो, अज माँ प्यो तुहाडे ते पैसे भरन नूं तैयार नहीं। RS ग्लोबल दावा करदा IELTS 6 बैंड ईच लिया दो, या PT किया तो 6.5 बैंड के बराबर, यानी कि 58 तो उपर तुहाडे PT 'ਚ स्कोर है। वीज़ा सक्सैस साडा 100% है, चाहे तुसीं PT दे नाल अप्लाई कर लो, चाहे IELTS नाल अप्लाई करो। एक बार साडे दफ्तर आके मिलियो जरूर, दावा करदा वीज़ा लवावां या ना लवावां, बट मन च इन्नी संतुष्टि दे के भेजांगा कि अज एक चंगे कंसल्टेंट नूं मिल के आए हैं। बिल्कुल जी बिल्कुल। ते इन्नी घट फीस दे विच कैनेडा ਉਹ ਵੀ ਵੈਨਕੂਵਰ ਚ ਯੂਨੀਵਰਸਿਟੀ ਦਾ ਕਿਸੇ ਨੇ ਨਹੀਂ ਸੋਚੀ ਹੋਏਗੀ। ਸੋ RS ਗਲੋਬਲ ਜ਼ਰੂਰ ਤੁਹਾਨੂੰ ਮੌਕਾ ਦੇ ਰਿਹਾ ਜੀ। ਤੇ ਔਰ ਨਾਰਮਲੀ ਜਦੋਂ ਇਦਾਂ ਦੇ ਦਾਅਵੇ ਦਿੱਤੇ ਜਾਂਦੇ ਨਾ, ਲਾਲਚ ਦਿੱਤੇ ਜਾਂਦੇ, ਤਾਂ ਕਾਲਜ ਹੁੰਦੇ ਪ੍ਰਾਈਵੇਟ। ਮੈਂ ਟਾਕਿੰਗ ਅਬਾਊਟ ਪਬਲਿਕ ਕਾਲਜ। ਪਬਲਿਕ ਕਾਲਜ ਗੱਲ ਕਰਦਾ, 2 ਸਾਲ ਦੀ ਐਸੋਸੀਏਟ ਡਿਗਰੀ ਹੈ, ਟੋਟਲ ਫੀਸ $15,000 ਐਕਚੁਅਲੀ 15 ਹੈ ਨਹੀਂ ਰਮਨ, ਬੇਸਿਕਲੀ ਨਾ ਮੈਂ ਦੱਸਦਾ ਕਾਲਜ ਬੇਸਿਕਲੀ ਮੌਂਟਰੀਅਲ ਦਾ ਹੈ, ਮੈਂ ਨਾਮ ਨਹੀਂ ਦੱਸਾਂਗਾ। ਉਹਨੇ ਵੈਨਕੂਵਰ ਚ ਆਪਣਾ ਨਵਾਂ ਕੈਂਪਸ ਓਪਨ ਕੀਤਾ, ਪਬਲਿਕ ਕਾਲਜ, ਗਵਰਨਮੈਂਟ ਕਾਲਜ, ਕੋਈ ਪ੍ਰਾਈਵੇਟ ਕਾਲਜ ਨਹੀਂ। ਉਹਦੀ ਫੀਸ ਆ 2 ਸਾਲ ਦੀ $33,000 $33,000 ਕੈਨੇਡੀਅਨ ਡਾਲਰ। ਬਟ RS ਗਲੋਬਲ ਨੂੰ ਐਕਸਕਲੂਸਿਵਲੀ ਪਾਰਟਨਰ ਬਣਾ ਕੇ $18,000 ਦੀ ਸਕਾਲਰਸ਼ਿਪ। ਸੋ 33,000 ਚੋਂ $18,000 ਤੁਹਾਨੂੰ ਸਕਾਲਰਸ਼ਿਪ ਮਿਲ ਰਹੀ ਹੈ, ਬਾਕੀ ਫੀਸ ਰਹਿ ਗਈ $15,000। ਸੋ ਮੰਨ ਕੇ ਚਲੋ $18,000 ਨੂੰ ਅੱਜ 60 ਰੁਪਏ ਨਾਲ ਗੁਣਾ ਕਰੀਏ ਤਾਂ ਤਕਰੀਬਨ 10 ਲੱਖ ਰੁਪਏ ਦੀ ਤੁਹਾਨੂੰ ਫੀਸ ਸਕਾਲਰਸ਼ਿਪ ਮਿਲ ਰਹੀ ਹੈ। ਅਗਰ ਇਸ ਓਪਰਚੁਨਿਟੀ ਵੇਲ ਕਰਨਾ ਫਿਰ ਦੇਰੀ ਨਾ ਕਰੋ, ਹੁਣੇ ਫੋਨ ਚੱਕੋ, ਕਾਲ ਕਰੋ, ਮੇਰੇ ਨਾਲ ਮੇਰੀ ਟੀਮ ਨਾਲ ਆ ਕੇ ਮਿਲੋ। ਸਤੰਬਰ ਇਨਟੇਕ ਲਈ ਵੈਨਕੂਵਰ ਚ ਐਸੋਸੀਏਟ ਡਿਗਰੀ ਕਰੋ, ਕੇਵਲ 2 ਸਾਲ ਦੀ ਫੀਸ $15,000 ਭਰ ਕੇ। ਇਹ ਸਕਾਲਰਸ਼ਿਪ ਮਿਲੇਗੀ ਕਿੰਨਾ ਬੱਚਿਆਂ ਨੂੰ, ਕਿੱਦਾਂ ਦਾ ਪ੍ਰੋਫਾਈਲ ਹੋਣਾ ਚਾਹੀਦਾ? IELTS 6 ਈਚ ਔਰ ਪਰਸੈਂਟੇਜ ਘੱਟੋ ਘੱਟ 55%। ਪਲੱਸ 2 ਕੀਤੀ ਹੈ 55%, ਕਿਉਂਕਿ ਆਪਸ਼ਨ ਸਿਰਫ ਪਲੱਸ 2 ਵਾਲੇ ਬੱਚਿਆਂ ਲਈ ਹੈ, ਕਿਉਂਕਿ ਡਿਪਲੋਮਾ ਕਲਾਸ ਆ ਜਾਂ ਐਸੋਸੀਏਟ ਡਿਗਰੀ ਹੈ। ਤੁਸੀਂ ਪਲੱਸ 2 ਕੀਤੀ ਹੈ, 55% ਤੁਹਾਡੇ ਨੰਬਰ ਆ, 6 ਬੈਂਡ ਈਚ ਆ, ਯੈਸ ਯੂ ਆਰ ਐਲੀਜੀਬਲ। ਹੁਣ ਨਾਰਾਜ਼ ਨਾ ਹੋ ਜਾਣ ਗ੍ਰੈਜੂਏਟ ਸਟੂਡੈਂਟ, ਉਹਨਾਂ ਨੂੰ ਵੀ ਆਪਸ਼ਨ ਦੇ ਦੇਣਾ। ਤੁਸੀਂ ਗ੍ਰੈਜੂਏਸ਼ਨ ਕੀਤੀ ਹੈ, ਨੰਬਰ 50% ਤੋਂ ਘੱਟ ਹੈ, ਜਿਹੜੇ ਕਿ ਜਿਹੜੇ ਮੇਰੇ ਵਰਗੇ ਵਿਚਾਰੇ ਮਾਤੜ ਨਲਾਇਕ ਬੱਚੇ ਕਹਿ ਦਈਏ, ਗੁੱਸਾ ਨਾ ਕਰੋ, ਮੈਂ ਆਪਣੇ ਆਪਣਾ ਤੋਲ ਲਿਆ, ਨਲਾਇਕ ਨਹੀਂ ਕਹੂੰਗਾ, ਥੋੜੇ ਜਿਹੜੇ ਨੰਬਰ ਘੱਟ ਲੈ ਪਾਏ, ਵੀਕ ਸਟੂਡੈਂਟ ਜਿਨ੍ਹਾਂ ਦੇ ਨੰਬਰ 50% ਤੋਂ ਘੱਟ ਆ ਗ੍ਰੈਜੂਏਸ਼ਨ ਚੋਂ, ਉਹਨਾਂ ਬੱਚਿਆਂ ਦੇ ਲਈ, ਜਾਂ ਜਿਨ੍ਹਾਂ ਦੇ ਨੰਬਰ 60% ਤੋਂ ਘੱਟ ਆ ਉਹਨਾਂ ਬੱਚਿਆਂ ਦੇ ਲਈ ਡਿਊਲ ਡਿਗਰੀ ਦੀ ਆਪਸ਼ਨ ਸਾਡੇ ਕੋਲ ਆ। ਉਹ ਵੀ ਵੈਨਕੂਵਰ ਦੇ ਵਿੱਚ ਯੂਨੀਵਰਸਿਟੀ ਹੈ, 1.5 ਸਾਲ ਦੀ ਡਿਗਰੀ ਹੈ, ਟੋਟਲ ਫੀਸ ਆ $18,500 ਤੋਂ ਲੈ ਕੇ $21,500, 1.5 ਸਾਲ ਦੀ ਫੀਸ। ਸੋ ਤੁਸੀਂ ਜਿੰਨੀ ਇੱਕ ਡਿਪਲੋਮੇ ਦੀ ਫੀਸ ਭਰਦੇ ਹੋ ਉਹਨੇ ਫੀਸ ਪੇ ਕਰਕੇ ਡਿਊਲ ਡਿਗਰੀ ਕਰ ਰਹੇ ਹੋ। ਕੱਲ ਨੂੰ ਜੋ ਤੁਸੀਂ PR ਲੈਣੀ ਹੈ CRS ਦੇ ਵਿੱਚ, ਤੁਹਾਨੂੰ ਉਹਦੇ ਡਿਗਰੀ ਦੇ ਡਬਲ ਡਿਗਰੀ ਦੇ ਐਕਸਟਰਾ ਪੁਆਇੰਟਸ ਤੁਹਾਨੂੰ ਮਿਲ ਰਹੇ ਆ। ਸੋ 1.5 ਸਾਲ ਦੀ ਡਿਗਰੀ ਕਰ ਸਕਦਾ ਬੱਚਾ ਜਿਹੜਾ ਗ੍ਰੈਜੂਏਟ ਹੈ, ਡਿਊਲ ਡਿਗਰੀ ਉਹਨੂੰ ਕਹਿੰਦੇ ਆ। ਐਸੋਸੀਏਟ ਆਫ ਆਰਟਸ ਜਾਂ ਮੈਨੇਜਮੈਂਟ ਦੀ ਡਿਗਰੀ ਕਰ ਸਕਦੇ ਹੋ ਬੱਚੇ, ਜਿਹੜੇ ਬੱਚੇ BA BCom BBA BCA ਕੋਈ ਕੀਤੀ, ਜਾਂ ਗ੍ਰੈਜੂਏਸ਼ਨ ਦੇ ਪਹਿਲੇ 2 ਸਾਲ ਲਾਲੇ, ਤੀਜਾ ਸਾਲ ਕੰਪਲੀਟ ਨਹੀਂ ਹੋਇਆ, ਉਹ ਬੱਚੇ ਜਿਨ੍ਹਾਂ ਦੇ IELTS 6 ਬੈਂਡ ਈਚ ਆ, ਇਸ ਓਪਰਚੁਨਿਟੀ ਨੂੰ ਵੇਲ ਕਰ ਸਕਦੇ ਆ। ਬਟ ਸਮਾਂ ਥੋੜਾ, ਜੇ ਤੁਸੀਂ ਇਹ ਪ੍ਰੋਗਰਾਮ ਸਾਡੇ YouTube ਚੈਨਲ ਤੇ 1 ਮਹੀਨੇ ਬਾਅਦ ਵੇਖ ਰਹੇ ਹੋ, ਅੱਜ ਅਸੀਂ ਅਪ੍ਰੈਲ ਦੇ ਦੂਜੇ ਹਫਤੇ 'ਚ ਬੈਠੇ ਹਾਂ, ਜੇ ਤੁਸੀਂ ਪ੍ਰੋਗਰਾਮ ਮਈ 'ਚ ਵੇਖ ਰਹੇ ਹੋ, ਜੂਨ 'ਚ ਵੇਖ ਰਹੇ ਹੋ ਸਕਦਾ ਹੈ ਸਕਾਲਰਸ਼ਿਪ ਦੀ ਆਪਸ਼ਨ ਅਵੇਲੇਬਲ ਨਾ ਹੋਵੇ। ਸੋ ਜਦੋਂ ਵੀ ਆਵਾਜ਼ ਤੁਹਾਡੇ ਤੱਕ ਪਹੁੰਚਦੀ ਹੈ, ਬਿਨਾਂ ਦੇਰੀ ਕੀਤੇ ਫੋਨ ਕਰਕੇ ਅਪਾਇੰਟਮੈਂਟ ਲੈ ਕੇ ਦਫ਼ਤਰ ਮਿਲੋ। 50% ਫੀਸ ਪੜ੍ਹਾਈ 'ਚ ਸਕਾਲਰਸ਼ਿਪ ਲਓ, ਉਹ ਵੀ ਪਬਲਿਕ ਕਾਲਜ ਵਿੱਚ। ਬਿਲਕੁਲ, ਇਦਾਂ ਦੇ ਚਾਂਸਸ ਬਹੁਤ ਘੱਟ ਲੋਟਰੀ ਵਾਂਗ ਹੀ ਨਿਕਲਦੇ ਨੇ, ਤੇ ਕੋਸ਼ਿਸ਼ ਕਰੋ ਕਿ ਉਹਨਾਂ ਨੂੰ ਤੁਸੀਂ ਗ੍ਰੈਬ ਕਰ ਸਕੋ। ਸੋ नेक्स्ट कॉलर। हेलो हेलो मैम, सतविंदर बात कर रहा हूँ। हाँ जी सतविंदर, बताइए क्या सवाल है, कहाँ से बात कर रहे हो आप? मैडम मैं अम्बाला से बात कर रहा हूँ। ठीक है, बताइए क्या पूछना चाहते हो? मैम मेरी कनाडा की रिफ्यूजल लग गई थी। ओके, क्यों लग गई रिफ्यूजल? ਉਹ ਤਾਂ ਨਹੀਂ ਪਤਾ ਹੋਣਾ ਨਾ। बैंड कम थे ਅੱਛਾ, ਮੰਨਦੇ ਹੋ ਕਿ ਕਿੰਨੇ ਬੈਂਡ ਸੀ ਤੁਹਾਡੇ IELTS ਵਿੱਚੋਂ? मेरे 2 मॉड्यूल में 5.5 थे, 2 में 6 थे। तो भाई किसने सलाह दी थी अप्लाई करो? कंसल्टेंट ने बोला था कि लग जाएगा वीजा। अच्छा, तो आप हमारा शो पहले नहीं देखा आपने?
नहीं सर, देखा तो था पहले। तो पहले हमारी बात मानी नहीं। चलो अभी क्या चाहते हो सर? सर मैं जानना चाहता हूँ कि इसी बैंड्स पे किसी और कंट्री का हो सकता है? आपकी क्वालिफिकेशन क्या है? +2 थी सर। कौन से साल में? सर 2019। वेरी गुड। इसी प्रोफाइल के ऊपर, इसी बैंड्स के ऊपर आप यूके का 100% वीज़ा ले सकते हो। मार्क माई वर्ड्स, रिकॉर्ड करके रख लो। चैनल चल रहा है, शो चल रहा है लाइव। सो 100% वीज़ा लगेगा। 90 डेज़ के अंदर अंदर वीज़ा लगवा दूंगा बिना समय खराब किए। आप अब अम्बाला से बोल रहे हो, मोहाली नज़दीक पड़ेगा। कल जाओ ऑफिस में, वहाँ पे जाके टीम को मिलो, अपने डॉक्यूमेंट सबमिट कराओ। आपको तकरीबन अलग अलग 15-20 यूनिवर्सिटी के ऑप्शन हम लोग दे देंगे। सितंबर इनटेक के लिए यू कैन गेट 100% वीज़ा फॉर यूके। यूके ਦਾ ਅੱਛਾ ਸਕਸੈਸ ਰੇਟ ਹੈ ਜਿੱਥੇ ਦੂਜੇ ਪਾਸੇ मैं ਕੈਨੇਡਾ ये भी कह रहा हूं, ਤੁਸੀਂ ਕਹੋਗੇ ਕਿਉਂ 100%? यूके भी 100% ਹੈ। ਅੱਜ ਦਾਵਾ ਕਰਦਾ ਤੁਹਾਡੇ ਮੰਚ ਤੇ, ਇੱਕ ਬੱਚਾ ਲੱਭ ਕੇ ਲਿਆਓ ਪੰਜਾਬ ਚੋਂ ਜਿਹਦਾ ਮੇਰੇ ਕੋਲ यूके ਦਾ ਵੀਜ਼ਾ ਰਿਫਿਊਜ਼ ਹੋਇਆ, ਤੁਹਾਨੂੰ ਫ੍ਰੀ ਭੇਜਾਂਗਾ। ਅੱਛਾ, ਨਾਲੇ ਕਹਿੰਦੇ 100% ਦਾਵਾ ਕਰਨਾ ਨਹੀਂ ਚਾਹੀਦਾ। ਮੈਂ ਤਾਂ ਕਰ ਰਿਹਾ ਕਿਉਂਕਿ ਸਾਡਾ ਸਕਸੈਸ ਰੇਟ 100% ਹੈ। ਦੇਖੋ ਅਸੀਂ ਡੀਅਰ ਕੇਸ ਉਹ ਲੈਣਾ ਜਿੱਥੇ ਮੈਨੂੰ ਪਤਾ ਵੀਜ਼ਾ ਲੱਗਣਾ। ਹੁਣ ਤੁਸੀਂ ਮੇਰੇ ਕੋਲ ਆ ਜਾਓ, 2015 ਪੜਿਆ ਬੱਚਾ, ਹਮਨੇ ਆਇਲਸ ਨਹੀਂ ਕੀ, ਸਕੋਰ ਹੀ ਨਾ ਮੇਰੇ ਵੱਲੋਂ। ਹੁਣ ਇੱਕ ਲੜਕੀ ਦਾ ਫੋਨ ਆਇਆ ਸੀ, ਉਹਦੇ ਨੰਬਰ ਇੰਗਲਿਸ਼ ਚੰਗੇ ਆ, ਵਿਦਆਊਟ ਆਇਲਸ ਪੜਨ ਜਾ ਸਕਦੀ ਹੈ, ਬਟ ਉਹਨੇ ਸਪਾਊਸ ਨਾਲ ਖੜਨਾ, ਮੈਂ ਕੋਰੀ ਨਾ ਕਰ ਦਿੱਤੀ ਕਿਉਂਕਿ ਮੈਨੂੰ ਪਤਾ ਜਿਹੜੀ ਪ੍ਰੋਫਾਈਲ ਦੇ ਉੱਤੇ ਮੈਂ ਵੀਜ਼ਾ ਲੈ ਸਕਦਾ ਮੈਂ ਉੱਤੇ ਲੈਣਾ ਹੈ। ਯੂਕੇ ਦਾ ਪੁਆਇੰਟ ਬੇਸ ਸਿਸਟਮ ਹੈ। 70.6 ਦੇ ਵੀਜ਼ਾ ਲੈਣ ਲਈ ਔਰ ਇੱਕ ਸਿਆਣਾ ਕੰਸਲਟੈਂਟ ਜਿਹੜਾ ਨਾ, ਉਹਨੂੰ ਜਦੋਂ ਇਨਕੁਆਰੀ ਫਾਰਮ ਵੇਖ ਕੇ ਪਤਾ ਲੱਗ ਜਾਂਦਾ ਕਿ ਬੱਚੇ ਦੇ 70 ਪੁਆਇੰਟ ਬਣਦੇ ਕਿ ਨਹੀਂ ਬਣਦੇ। ਉਸ ਤੋਂ ਬਾਅਦ ਵੀ ਜੇ ਕੋਈ ਠੱਗੀ ਮਾਰਨਾ ਚਾਹਵੇ 15-20-25 ਰੁਪਏ ਦੀ ਜ਼ਰੂਰ ਮਾਰਦਾ ਹੋਏਗਾ। ਬਟ RS ਗਲੋਬਲ ਦੀ ਟੀਮ ਦਾ ਇੱਕੋ ਮਕਸਦ ਆ, ਅਗਰ ਪੁਆਇੰਟ ਪੂਰੇ ਹੁੰਦੇ ਆ, ਕੇਸ ਲਈਦਾ, ਨਹੀਂ ਪੁਆਇੰਟ ਹੁੰਦੇ ਤਾਂ ਸਲਾਹ ਦੇ ਦੀ ਹੈ, ਨਹੀਂ ਪਈ ਇਸ ਮੁਲਕ 'ਚ ਅਪਲਾਈ ਕਰ ਲਓ। ਜਿਵੇਂ ਹੁਣੇ ਸਟੂਡੈਂਟ ਦੀ ਗੱਲ ਕਰ ਰਹੇ ਆ, ਜਿਹੜਾ ਅੰਬਾਲੇ ਤੋਂ ਫੋਨ ਕਰ ਰਿਹਾ ਸੀ, ਓਵਰਆਲ 6-2 ਸਾਡੇ ਪਿੰਡ ਬੈਂਡ ਕੈਨੇਡਾ ਅਪਲਾਈ ਕਰਨਾ ਮਹਾ ਬੇਵਕੂਫੀ ਸੀ, ਆਪ ਖੂਹ 'ਚ ਛਾਲ ਮਾਰਨ ਦੇ ਬਰਾਬਰ ਸੀ। ਸੋ 2019 ਪੜਿਆ ਬੱਚਾ ਅੱਜ ਅਗਰ ਆਸਟ੍ਰੇਲੀਆ ਅਪਲਾਈ ਕਰਦੇ ਇਸ ਬੈਂਡ ਦੇ ਨਾਲ ਤਾਂ ਵੀ 100% ਦੀ ਰਿਫਿਊਜ਼ਲ ਹੋਣੀ ਹੈ। ਸੋ ਇਹੋ ਜਿਹੇ ਬੱਚੇ ਦੀ ਪ੍ਰੋਫਾਈਲ ਯੂਕੇ ਐਲੀਜੀਬਲ ਹੈ ਜਾਂ ਯੂਰਪ ਐਲੀਜੀਬਲ ਆ, ਪਰ ਯੂਕੇ ਬੈਟਰ ਹੈ ਕਿਉਂਕਿ ਉੱਥੇ ਪੜ੍ਹ ਕੇ ਤੁਸੀਂ ਹੁਣ ਪੜ੍ਹਾਈ ਤੋਂ ਬਾਅਦ PR ਵੀ ਲੈ ਸਕਦੇ ਹੋ। ਸੋ ਬਹੁਤ ਸਾਰੇ ਬੱਚਿਆਂ ਨੂੰ ਕਨਫਿਊਜ਼ਨ ਆ ਕਿ ਯੂਕੇ 'ਚ ਪੜ੍ਹ ਕੇ PR ਨਹੀਂ ਮਿਲਦੀ। ਜੇ ਕਨਫਿਊਜ਼ਨ ਆ, ਸਮਾਂ ਘੱਟ ਰਹੇਗਾ ਕਿਉਂਕਿ ਦੱਸਣ ਲੱਗ ਗਿਆ ਤੇ ਘੱਟੋ ਘੱਟ ਮੈਨੂੰ ਫਿਰ 25 ਮਿੰਟ ਲੱਗ ਜਾਣੇ ਹੋਰ। ਯੂਕੇ 'ਚ ਪੜ੍ਹ ਕੇ ਤੁਸੀਂ ਪੁਆਇੰਟ ਬੇਸ ਤੇ ਕੈਨੇਡਾ ਵਾਂਗ, ਆਸਟ੍ਰੇਲੀਆ ਵਾਂਗ ਹੁਣ PR ਵੀ ਲੈ ਸਕਦੇ ਹੋ ਦੋਸਤੋ। ਜਨਵਰੀ 2020 ਤੋਂ ਬਾਅਦ ਕਾਨੂੰਨ ਬਦਲ ਚੁੱਕੇ ਨੇ। ਪੁਆਇੰਟ ਬੇਸ ਸਿਸਟਮ ਕੈਨੇਡਾ, ਆਸਟ੍ਰੇਲੀਆ ਵਾਂਗੂ ਯੂਕੇ ਨੇ ਵੀ ਬਣਾ ਲਿਆ। ਜਿਹੜਾ ਬੱਚਾ ਡਿਗਰੀ ਕੰਪਲੀਟ ਕਰੇਗਾ ਯੂਨੀਵਰਸਿਟੀ 'ਚ, ਚਾਹੇ ਬੈਚਲਰ ਚਾਹੇ ਮਾਸਟਰਸ, ਪੜ੍ਹਾਈ ਦਾ ਜਿਹੜਾ ਰਸਤਾ ਅਖਤਿਆਰ ਕਰਕੇ ਉਸ ਪਲੇਟਫਾਰਮ ਦੇ ਰਾਹੀਂ ਪੜ੍ਹਾਈ ਤੋਂ ਬਾਅਦ 2 ਸਾਲ ਦਾ ਪੋਸਟ ਗ੍ਰੈਜੂਏਟ ਵਰਕ ਪਰਮਿਟ, ਉਸ ਤੋਂ ਬਾਅਦ 3 ਸਾਲ ਦੀ ਐਕਸਟੈਂਸ਼ਨ, ਬੱਚਾ ਆਪਦੀ ਇੰਡੈਫੀਨਿਟ ਸਟੇ ਯਾਨੀ ਕਿ PR ਵੀ ਅਪਲਾਈ ਕਰ ਸਕਦਾ। ਸੋ ਯੂਕੇ 'ਚ ਪੜ੍ਹਨਾ ਚਾਹੁੰਦੇ ਹੋ, ਪੱਕੇ ਹੋਣਾ ਚਾਹੁੰਦੇ ਹੋ ਤਾਂ ਵੀ ਇੱਕ ਵਾਰ ਮੇਰੇ ਨਾਲ ਜਾਂ ਮੇਰੀ ਟੀਮ ਨਾਲ ਆ ਕੇ ਜ਼ਰੂਰ ਮਿਲ ਸਕਦੇ ਹੋ। ਬਿਲਕੁਲ ਜੀ ਬਿਲਕੁਲ। ਤੇ ਇਨਟੇਕ ਕਿਹੜੇ ਨੇ ਹੁਣ ਓਨਲੀ ਸਪਟੰਬਰ? ਮਾਈ ਇਨਟੇਕ ਹੈਜ਼ ਬੀਨ ਕਲੋਜ਼ ਨਾਓ। ਸਪਟੰਬਰ ਇਜ਼ ਦਾ ਮੇਜਰ ਇਨਟੇਕ ਐਂਡ ਮੈਂ ਬੜਾ ਹੈਰਾਨ ਹੋਇਆ, ਪਿਛਲੇ ਇੱਕ ਹਫ਼ਤੇ ਤੋਂ ਮੈਨੂੰ ਇਹੋ ਜਿਹੀਆਂ ਤਕਰੀਬਨ 12-13 ਯੂਨੀਵਰਸਿਟੀ ਦੀ ਮੇਲ ਆ ਗਈ ਜਿਹਦੀ ਡੈਡਲਾਈਨ 30 ਅਪ੍ਰੈਲ ਹੈ, ਕਿਸੇ ਦੀ ਡੈਡਲਾਈਨ 15 ਅਪ੍ਰੈਲ ਆ, ਕਿਸੇ ਦੀ ਡੈਡਲਾਈਨ 1 ਮਈ ਹੈ। ਸੋ ਸਪਟੰਬਰ ਇੰਨੀ ਜਲਦੀ ਭਰੇਗਾ ਕਦੀ ਉਮੀਦ ਨਹੀਂ ਕੀਤੀ ਗਈ ਸੀ ਕਿਉਂਕਿ ਰਸ਼ ਬਹੁਤ ਜ਼ਿਆਦਾ ਪੈ ਚੁੱਕਾ। ਮੋਰ ਓਵਰ ਯੂਕੇ 'ਚ ਜਿਹੜੀ ਪ੍ਰਾਇੋਰਟੀ ਔਰ ਸੁਪਰ ਪ੍ਰਾਇੋਰਟੀ ਸਰਵਿਸਿਜ਼ ਸੀਗੀਆਂ ਵੀਜ਼ਾ ਫਾਈਲਿੰਗ ਦੀਆਂ, ਉਹ ਬੰਦ ਹੋ ਚੁੱਕੀਆਂ ਨੇ। ਸੋ ਜਿੱਥੇ ਵੀਜ਼ਾ ਹਫ਼ਤੇ 'ਚ ਆ ਜਾਂਦਾ ਸੀ, ਹੁਣ ਵੀਜ਼ਾ ਮਹੀਨਾ ਸਵਾ ਮਹੀਨਾ ਲੱਗ ਸਕਦਾ। ਸੋ ਕੋਸ਼ਿਸ਼ ਕਰੋ ਜਦੋਂ ਆਵਾਜ਼ ਤੁਹਾਡੇ ਤੱਕ ਪਹੁੰਚਦੀ ਹੈ 30 ਅਪ੍ਰੈਲ ਤੋਂ ਪਹਿਲਾਂ ਅਗਰ ਆਪਣੀ ਫਾਈਲ ਸਾਡੇ ਕੋਲ ਕੰਪਲੀਟ ਦੇ ਦਿੰਦੇ ਹੋ, ਆਇਲਸ ਕੀਤਾ ਜਾਂ ਨਹੀਂ ਕੀਤਾ, ਅਗਰ ਅੰਗਰੇਜ਼ੀ ਜੋ 70% ਨੰਬਰ ਹੈ 12ਵੀਂ 2020 'ਚ ਪੜ੍ਹੇ ਹੋ ਫਿਰ ਬਿਨਾਂ ਆਇਲਸ ਹੋ ਜਾਏਗਾ। ਜੇ ਇਸ ਤੋਂ ਪਹਿਲਾਂ 12ਵੀਂ ਕੀਤੀ ਹੈ ਭਾਵੇਂ ਨੰਬਰ 80% ਹੈ, ਫਿਰ ਆਇਲਸ 6 ਬੈਂਡ ਦੇ ਨਾਲ ਅਪਲਾਈ ਕਰੋ ਜਾਂ PT 'ਚੋਂ ਘੱਟੋ ਘੱਟ 54 ਨੰਬਰ ਲੈ ਕੇ ਨੋਟ ਲੈਸ ਦੈਨ 50 ਨਾਲ ਅਪਲਾਈ ਕਰੋ ਕਿਉਂਕਿ ਯੂਕੇ 'ਚ ਆਇਲਸ, PT, ਡੁਲਿੰਗੋ, UKVI ਇਹ ਸਾਰੀਆਂ ਚੀਜ਼ਾਂ ਐਕਸੈਪਟੇਬਲ ਆ। ਬਟ ਵੀਜ਼ਾ ਅਗਰ 100% ਚਾਹੀਦਾ ਤਾਂ RS ਗਲੋਬਲ ਦੀ ਟੀਮ ਨਾਲ ਜ਼ਰੂਰ ਸੰਪਰਕ ਕਰੋ। ਸਤੰਬਰ ਬੈਚ ਲਈ ਅਪਲਾਈ ਕਰਨਾ, ਇਕੱਲਿਆਂ ਪੜ੍ਹਨ ਜਾਣਾ ਜਾਂ ਸਪਾਊਸ ਨਾਲ ਜਾਣਾ, 30 ਅਪ੍ਰੈਲ ਤੋਂ ਪਹਿਲਾਂ ਆਪਣੀ ਐਪਲੀਕੇਸ਼ਨ ਦਰਜ ਕਰੋ। ਔਰ ਪੜ੍ਹਾਈ ਦੀ ਫੀਸ 2 ਲੱਖ ਰੁਪਏ ਤੋਂ ਲੈ ਕੇ 3 ਲੱਖ ਰੁਪਏ ਤੱਕ ਦੀ ਸਕਾਲਰਸ਼ਿਪ ਮਿਲੇਗੀ ਅਗਰ ਤੁਹਾਡੇ ਨੰਬਰ 60% ਤੋਂ ਉੱਪਰ ਹੈਗੇ ਨੇ। ਓਕੇ ਜੀ। ਸੋ ਬੱਚੇ ਪਹਿਲਾਂ ਸੋਚਦੇ ਸੀ ਚਲੋ 1-2 ਮਹੀਨੇ ਪਹਿਲਾਂ ਹੀ ਅਸੀਂ ਅਪਲਾਈ ਕਰਾਂਗੇ, ਪਰ ਉਹ ਸਮਾਂ ਲੰਘ ਚੁੱਕਿਆ। ਹੁਣ ਬਹੁਤ ਐਡਵਾਂਸ ਦੇ ਵਿੱਚ, ਚਾਹੇ ਉਹ ਕੈਨੇਡਾ ਜਾਣਾ, UK ਜਾਣਾ, ਆਸਟ੍ਰੇਲੀਆ ਜਾਣਾ, ਬਹੁਤ ਐਡਵਾਂਸ ਦੇ ਵਿੱਚ ਤੁਹਾਨੂੰ ਬੁਕਿੰਗ ਕਰਾ ਕੇ ਮੈਂ ਕਵਾਂਗੀ ਕਿ ਰੱਖਣੀ ਪਏਗੀ ਆਪਣਾ ਵੀਜ਼ਾ ਅਪਲਾਈ ਕਰਕੇ। ਨਹੀਂ ਤਾਂ ਜਾਂਦੇ ਦੱਸਦੇ ਆ ਜਨਵਰੀ 2023 ਦੇ ਦਾਖਲੇ ਖੁੱਲ ਚੁੱਕੇ ਕੈਨੇਡਾ ਲਈ। ਅੱਜ ਅਸੀਂ ਅਪ੍ਰੈਲ 'ਚ ਬੈਠੇ ਆ, ਬੱਚਾ ਸੋਚਦਾ ਨਹੀਂ, ਅੱਜ ਮੇਰੀ ਗੱਲ ਰਿਕਾਰਡ ਕਰਕੇ ਰੱਖ ਲਿਓ। ਜੁਲਾਈ ਅਗਸਤ ਤੋਂ ਬਾਅਦ ਤੁਹਾਨੂੰ ਸਤੰਬਰ ਦਾ ਦੂਰ ਦੀ ਗੱਲ ਹੈ, ਜਨਵਰੀ 2023 ਦਾ ਦਾਖਲਾ ਨਹੀਂ ਮਿਲਣਾ। ਕੈਨੇਡਾ ਦੀ ਗੱਲ ਕਰ ਰਹੇ ਹਾਂ। ਸੋ ਜਦੋਂ ਜਾ ਕੇ ਉਦੋਂ ਸਵੇਰ ਅਗਰ ਕੈਨੇਡਾ ਅਪਲਾਈ ਕਰਨਾ ਜਾਂ UK ਅਪਲਾਈ ਕਰਨਾ, ਸਮੇਂ ਰਹਿੰਦੇ ਅਪਲਾਈ ਕਰੋ ਤਾਂ ਕਿ ਖੱਜਲ ਖੁਆਰੀ ਤੋਂ ਬਚਿਆ ਜਾ ਸਕੇ। ਬਿਲਕੁਲ ਜੀ ਬਿਲਕੁਲ। ਬਹੁਤ ਘੱਟ ਸਮਾਂ ਹੈ ਤੁਹਾਡੇ ਕੋਲ, ਜਲਦ ਤੋਂ ਜਲਦ ਕੋਸ਼ਿਸ਼ ਕਰੋ ਜੀ। RS ਗਲੋਬਲ ਦੇ ਨੰਬਰ ਆ ਗਏ ਨੇ 70509 70509। ਫੋਨ ਨਹੀਂ ਮਿਲਿਆ ਸ਼ੋਅ 'ਚ, ਘਬਰਾਉਣਾ ਨਹੀਂ, ਹੁਣ ਸ਼ੋਅ ਤੋਂ ਬਾਅਦ ਵੀ ਫੋਨ ਕਰ ਸਕਦੇ ਹੋ, ਹੁਣੇ ਵੀ ਤੁਸੀਂ ਕਾਲ ਕਰ ਸਕਦੇ ਹੋ। ਮੋਹਾਲੀ, ਜਲੰਧਰ, ਅੰਮ੍ਰਿਤਸਰ ਦੇ ਵਿੱਚ ਆਫਿਸ ਹੈਗਾ, ਇੱਥੇ ਵੀ ਤੁਸੀਂ ਪਹੁੰਚ ਸਕਦੇ ਹੋ। ਸੋ ਥੈਂਕ ਯੂ ਸੋ ਮਚ ਸਰ, ਤੁਸੀਂ ਸਮਾਂ ਕੱਢਿਆ।
ਸੋ ਸਟੂਡੈਂਟਸ ਆਈ ਹੋਪ ਤੁਹਾਨੂੰ ਪ੍ਰੋਪਰ ਜਾਣਕਾਰੀ ਮਿਲ ਗਈ ਹੋਵੇਗੀ। ਹੋਰ ਕੋਈ ਵੀ ਸਵਾਲ ਹੈ ਆਰਐਸ ਗਲੋਬਲ ਦਾ ਫੇਸਬੁੱਕ ਪੇਜ, YouTube ਪੇਜ ਸਾਰਾ ਤੁਸੀਂ ਚੈੱਕ ਕਰ ਸਕਦੇ ਹੋ ਤਾਂ ਕਿ ਟਾਈਮ ਟੂ ਟਾਈਮ ਤੁਹਾਨੂੰ ਅਪਡੇਸ਼ਨਸ ਜਿਹੜੀਆਂ ਨੇ ਉਹ ਮਿਲਦੀਆਂ ਰਹਿਣ। ਸੋ ਇਸੇ ਦੇ ਨਾਲ ਮੈਨੂੰ ਪ੍ਰੀਤ ਨੂੰ ਵੀ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ।